ਉੱਥੇ ਔਰਤਾਂ ਨੇ ਪੂਰਾ ਆਪਣਾ ਮੰਚ ਤੇ ਆਪਣਾ ਕੰਟਰੋਲ ਕਰਕੇ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਅਸੀਂ ਜਿਹੜਾ ਵੀ ਕਿਸਾਨ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੀਆਂ ਹੈਗੀਆਂ। ਸੁਪਰੀਮ ਕੋਰਟ ਨੇ ਇੱਕ ਪਾਸ ਕਰ ਦਿੱਤਾ ਕਿ ਤੁਸੀਂ ਪਰਤ ਜਾਓ ਆਪਣੇ ਘਰਾਂ ਨੂੰ, ਤੇ ਉਸ ਦਾ ਵਿਰੋਧ ਤਕੜੇ ਤੌਰ ਤੇ ਇਹਨਾਂ ਮਹਿਲਾਵਾਂ ਨੇ ਕੀਤਾ। ਜਦੋਂ ਤੋਂ ਇਹ ਕਾਨੂੰਨ ਆਏ ਹੈਗੇ ਆ ਉਦੋਂ ਤੋਂ ਲੈ ਕੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਬਹੁਤ ਵੱਡੀ ਪੱਧਰ ਤੇ ਹੋਈ ਹੈ। ਜਿਹੜੀਆਂ ਔਰਤਾਂ ਕਦੇ ਆਪਣੇ ਪਤੀ ਮੂਹਰੇ ਨਹੀਂ ਬੋਲ ਸਕਦੀਆਂ, ਜਿਹੜੀ ਔਰਤ ਆਪਣੇ ਕਦੇ ਪੁੱਤ ਮੂਹਰੇ ਨਹੀਂ ਬੋਲ ਸਕਦੀ, ਅੱਜ ਉਹ ਸਟੇਜਾਂ ਤੇ ਬੋਲ ਰਹੀ ਹੈ, ਔਰਤਾਂ ਨੂੰ ਇਕੱਠਾ ਕਰ ਰਹੀ ਹੈ, ਉਹਨਾਂ ਦੀ ਅਗਵਾਈ ਕਰ ਰਹੀ ਹੈ, ਉਹ ਔਰਤਾਂ ਦੀ ਲੀਡਰ ਬਣ ਰਹੀ ਹੈ। ਬੁਲਾਰਿਆਂ ਨੇ ਉੱਥੇ ਖੜ ਕੇ ਜੋ ਭਾਸ਼ਣ ਦਿੱਤੇ ਤੁਸੀਂ ਜਾਣ ਕੇ ਹੈਰਾਨ ਹੋਗੇ। ਉਹ ਕਹਿੰਦੇ ਸਾਡੇ ਵੀਰਾਂ ਨਾ ਅਪ੍ਰੈਲ ਦੇ ਵਿੱਚ ਵਾਢੀਆਂ ਕਰ ਰਹੇ ਨੇ, ਉਹ ਵਾਢੀਆਂ ਕਰ ਜਾਣ, ਸਟੇਜ ਅਸੀਂ ਮੋਰਚਾ ਅਸੀਂ ਸੰਭਾਲਾਂਗੇ। ਜਿਹੜੀ ਬੇਟੀ ਬਚਾਓ ਦਾ ਜਿਹੜਾ ਸੀਗਾ ਨਕਾਬ ਪਹਿਨਿਆ ਹੋਇਆ ਉਹ ਬਿਲਕੁਲ ਲੀਰੋ ਲੀਰ ਹੋ ਚੁੱਕਿਆ ਹੈ। ਇਸ ਕਰਕੇ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਸਾਡੀ ਐਗਜ਼ਿਸਟੈਂਸ ਦੀ ਲੜਾਈ ਹੈ। ਦਿਸ ਇਜ਼ ਦ ਟਾਈਮ ਜਦ ਅਸੀਂ ਵੂਮਨ ਫਾਰਮਰ ਦੀ ਪਾਰਟਨਰਸ਼ਿਪ ਵਿਦ ਮੈਨ ਫਾਰਮਰ ਨੂੰ ਸੈਲੀਬ੍ਰੇਟ ਕਰੀਏ, ਉਹਨਾਂ ਦੀ ਅਵੇਅਰਨੈਸ, ਉਹਨਾਂ ਦੀ ਕੌਨਸ਼ੀਅਸਨੈਸ ਤੇ ਉਹਨਾਂ ਦੇ ਜਿਹੜੇ ਸਟਰਗਲਸ ਹੈ, ਕਲੈਕਟਿਵ ਸਟਰਗਲਸ, ਉਹਨਾਂ ਨੂੰ ਸੈਲੀਬ੍ਰੇਟ ਕਰੀਏ। ਪਹਿਲਾਂ ਹੀ ਜਿਹੜੇ ਲੋਕਾਂ ਕੋਲੋਂ ਜ਼ਮੀਨ ਪੁੱਛ ਰਹੀ ਹੈ, ਕਰਜ਼ੇ ਚੜ ਰਹੇ ਨੇ, ਖੁਦਕੁਸ਼ੀਆਂ ਹੋ ਰਹੀਆਂ ਨੇ, ਉਹਦਾ ਜਿਹੜਾ ਸੰਤਾਪ ਹੈ ਸਭ ਤੋਂ ਵੱਧ ਪੇਂਡੂ ਔਰਤਾਂ ਤੇ ਪੈਂਦਾ ਹੈਗਾ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਇਹ ਕਾਨੂੰਨ ਲਾਗੂ ਹੁੰਦੇ, ਜਿਹੜੀਆਂ ਅਸੀਂ ਪਹਿਲਾਂ ਹੀ ਤਕਲੀਫਾਂ ਝੱਲ ਰਹੀਆਂ ਨੇ, ਉਹਨਾਂ ਤਕਲੀਫਾਂ ਦੇ ਵਿੱਚ ਜੀ ਰਹੀਆਂ, ਜੇ ਕਾਨੂੰਨ ਲਾਗੂ ਹੋ ਜਾਂਦੇ ਤਾਂ ਜ਼ਮੀਨਾਂ ਸਾਡੇ ਕੋਲੋਂ ਖਿੱਚਣਗੀਆਂ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੌਮਾਂਤਰੀ ਮਹਿਲਾ ਦਿਵਸ, ਸਾਰਿਆਂ ਨੂੰ ਇਸ ਦਿਵਸ ਦੇ ਲਈ ਬਹੁਤ ਬਹੁਤ ਮੁਬਾਰਕਾਂ। ਇਹ ਦਿਵਸ ਮਹਿਲਾ ਖੇਤਰ ਦੇ ਲਈ ਰਾਜਸੀ, ਆਰਥਿਕ ਤੇ ਸਮਾਜਿਕ ਖੇਤਰ ਨਾਲ ਜੁੜੇ ਜਿਹੜੇ ਬਹੁਤ ਸਾਰੇ ਸਵਾਲ ਹੈ ਉਹਨਾਂ ਨੂੰ ਵਿਚਾਰਨ ਦਾ ਮੌਕਾ ਵੀ ਦਿੰਦਾ ਹੈ ਤੇ ਚੇਤਾ ਵੀ ਕਰਾਉਂਦਾ ਹੈ। ਜਦੋਂ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਤਾਂ ਇਸ ਦਿਵਸ ਦੀ ਅੱਜ ਦੇ ਮੌਕੇ ਤੇ ਅਹਿਮੀਅਤ ਹੋਰ ਵੀ ਇਸ ਕਰਕੇ ਵਧੇਰੇ ਹੈ ਕਿਉਂਕਿ ਕਿਸਾਨ ਅੰਦੋਲਨ ਨਾਲ ਇਸ ਲਹਿਰ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਮੈਂ ਦਰਸ਼ਕਾਂ ਨਾਲ ਆਪਣੇ ਮਹਿਮਾਨਾਂ ਦੀ ਜਾਣ ਪਹਿਚਾਣ ਕਰਾਉਣ ਤੋਂ ਪਹਿਲਾਂ ਆਪਣੀ ਰਾਏ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਆਪਣੇ ਪੱਤਰਕਾਰੀ ਦੇ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਮੇਰੇ ਲਈ ਇਹ ਪਹਿਲਾ ਮੌਕਾ ਹੈ ਕਿ ਔਰਤਾਂ ਦੀ ਲਹਿਰ ਜਿਹੜੀ ਕਿਸੇ ਅੰਦੋਲਨ ਦੇ ਨਾਲ ਐਡੀ ਵੱਡੀ ਪੱਧਰ ਤੇ ਉਸਦੀ ਪਹਿਚਾਣ ਬਣੀ ਹੈ ਕਿ ਕੌਮਾਂਤਰੀ ਪੱਧਰ ਦੇ ਜਿਹੜੇ ਮੈਗਜ਼ੀਨ ਹੈ ਉਹਨਾਂ ਨੂੰ ਵੀ ਨੋਟਸ ਲੈਣਾ ਪੈ ਰਿਹਾ ਹੈ। ਬਹੁਤ ਸਾਰੇ ਸਵਾਲ ਹੈ ਜਿਹੜੇ ਸਾਡੇ ਮਹਿਮਾਨਾਂ ਦੇ ਨਾਲ ਸਾਂਝੇ ਕੀਤੇ ਜਾਣਗੇ। ਪੈਨਲ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਨਾ ਸਾਡੇ ਚੈਨਲ ਤੇ ਜਿਹੜੇ ਮਹਿਮਾਨ ਜੁੜ ਚੁੱਕੇ ਹੈ, ਡਾਕਟਰ ਮਦਨਜੀਤ ਕੌਰ ਸਹੋਤਾ ਜੀ ਨੇ, डॉक्टर नवीर कौर ने, डॉक्टर ज्योति सेठ ने, हरिंदर कौर बिंदु जी ने, डॉक्टर रणवीर कौर ते बिंदु जी ਸਿੰਘੂ ਤੇ ਟਿਕਰੀ ਬਾਰਡਰ ਤੋਂ ਸਾਡੇ ਨਾਲ ਜੁੜੇ ਹੋਏ ਹੈ। ਸਾਰੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਇੱਥੇ ਜੀ ਆਖਦਾ ਤੇ ਨਾਲ ਹੀ ਆਪਣੇ ਮਹਿਮਾਨਾਂ ਨੂੰ ਵੀ ਅੱਜ ਦੇ ਕੌਮਾਂਤਰੀ ਮਹਿਲਾ ਦਿਵਸ ਦੇ ਲਈ ਮੁਬਾਰਕਬਾਦ ਦਿੰਦਾ ਸਵਾਲ ਲੈਣ ਤੋਂ ਪਹਿਲਾਂ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਡਾਕਟਰ ਮਦਨਜੀਤ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਜੀ। ਜਦੋਂ ਆਪਾਂ ਕਿਸਾਨੀ ਅੰਦੋਲਨ ਨੂੰ ਅੱਜ ਦੇ ਕੌਮਾਂਤਰੀ ਮਹਿਲਾ ਦਿਵਸ ਨਾਲ ਜੋੜ ਕੇ ਦੇਖਦੇ ਹਾਂ, ਇਸ ਅੰਦੋਲਨ ਦੇ ਸੰਦਰਭ ਦੇ ਵਿੱਚ ਇਸ ਕੌਮਾਂਤਰੀ ਮਹਿਲਾ ਦਿਵਸ ਦੀ ਅਹਿਮੀਅਤ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜੀ ਜੀ, ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਅਸੀਂ ਅੱਜ ਜਿਹੜਾ ਇਹ ਬਹੁਤ ਹੀ ਅੰਤਰਰਾਸ਼ਟਰੀ ਪੱਧਰ ਤੇ ਜਿਸ ਅੰਦੋਲਨ ਤੇ ਜਨ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ, ਉਹਦੇ ਵਿੱਚ ਅੱਜ ਮਹਿਲਾ ਦਿਵਸ ਦੇ ਮੌਕੇ ਤੇ, ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤੇ ਉੱਥੇ ਔਰਤਾਂ ਨੇ ਪੂਰਾ ਆਪਣਾ ਮੰਚ ਤੇ ਆਪਣਾ ਕੰਟਰੋਲ ਕਰਕੇ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਅਸੀਂ ਜਿਹੜਾ ਵੀ ਕਿਸਾਨ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੀਆਂ ਹੈਗੀਆਂ। ਅਸੀਂ ਬਿਲਕੁਲ ਆਪਣੇ ਉਸ ਇਸ਼ਕ ਤੋਂ ਪਿੱਛੇ ਨਹੀਂ ਹਟਣਾ। ਅਸੀਂ ਜੋ ਸਾਡੀ ਮੰਗ ਹੈ ਅਸੀਂ ਉਸ ਨੂੰ ਪੂਰਾ ਕਰਕੇ ਛੱਡਾਂਗੇ। ਉਸ ਦਾ ਅਸੀਂ ਅਗਰ ਪਿਛੋਕੜ ਦੇਖੀਏ
ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਔਰਤਾਂ ਨੂੰ ਜਿਸ ਤਰ੍ਹਾਂ ਸਾਡੀ ਸੁਪਰੀਮ ਕੋਰਟ ਨੇ ਇੱਕ ਪਾਸ ਕਰ ਦਿੱਤਾ ਕਿ ਤੁਸੀਂ ਪਰਤ ਜਾਓ ਆਪਣੇ ਘਰਾਂ ਨੂੰ, ਤੇ ਉਸ ਦਾ ਵਿਰੋਧ ਤਕੜੇ ਤੌਰ ਤੇ ਇਹਨਾਂ ਮਹਿਲਾਵਾਂ ਨੇ ਕੀਤਾ ਕਿ ਅਸੀਂ ਘਰ ਪਰਤਣ ਵਾਸਤੇ ਨਹੀਂ ਬੈਠੀਆਂ, ਤੁਸੀਂ ਸਾਨੂੰ ਕਮਜ਼ੋਰ ਵਰਗ ਨਹੀਂ ਸਮਝਣਾ, ਸਾਨੂੰ ਅਸੀਂ ਗੁਰੂ ਸਾਹਿਬ ਦੇ ਵਿਰਸੋਏ ਹੈਗੇ ਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕੱਟ ਕਸੀਦਾ ਪਹਿਰਿਓ ਚੋਲੀ ਤਾਂ ਤੁਮ ਜਾਣੋ ਨਾਰੀ। ਉਹਨਾਂ ਨੇ ਕਿਹਾ ਸੀ, ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਓ, ਭੰਡ ਮੁਆ ਭੰਡ ਪਾਲੀਏ ਭੰਡ ਹੋਏ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਉਸ ਨੂੰ ਅਸੀਂ ਉਹਨਾਂ ਦੇ ਪੈਰੋਕਾਰ ਹੈਗੇ ਆ। ਸੋ ਅਸੀਂ ਇਹਨਾਂ ਨੂੰ ਹੈਟਸ ਆਫ ਕਹਿੰਦੇ ਆ ਇਹਨਾਂ ਔਰਤਾਂ ਨੂੰ ਕਿ ਜਿਹੜੀਆਂ ਉੱਥੇ ਸਾਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ, ਚਾਹੇ ਅਸੀਂ ਸਿੱਧੇ ਤੌਰ ਤੇ ਉੱਥੇ ਨਹੀਂ ਹਾਜ਼ਰ, ਲੇਕਿਨ ਸਾਰੇ ਘਰ ਘਰ ਬੈਠਾ ਹੋਇਆ ਮੈਂ ਇਹਨਾਂ ਨੂੰ ਦਿਵਾਉਣਾ ਚਾਹੁੰਦੀ ਆ, ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਆ ਕਿ ਹਰ ਜਨ ਤੁਹਾਡੇ ਨਾਲ ਜੁੜਿਆ ਹੋਇਆ ਹੈ। ਹਰ ਵਿਦਿਆਰਥੀ ਤੋਂ ਲੈ ਕੇ ਵੱਡੀ ਉਮਰ ਤੱਕ ਗੁਰਦੁਆਰਿਆਂ 'ਚ ਅਰਦਾਸਾਂ ਹੋ ਰਹੀਆਂ ਇਹਨਾਂ ਵਾਸਤੇ। ਸੋ ਸਾਨੂੰ ਮਾਣ ਹੈ ਇਹਨਾਂ ਔਰਤਾਂ ਤੇ, ਸਾਡੀਆਂ ਭੈਣਾਂ ਤੇ, ਸਾਡੀਆਂ ਬੀਬੀਆਂ ਤੇ, ਜਿਹੜੀਆਂ ਰਿਪਰੈਜ਼ੈਂਟ ਕਰ ਰਹੀਆਂ ਨੇ ਔਰ ਸਾਡਾ ਮਾਣ ਵਧਾ ਰਹੀਆਂ। ਸਿੱਧੂ ਸਾਹਿਬ, ਇਹ ਅੰਤਰਰਾਸ਼ਟਰੀ ਪੱਧਰ ਤੇ ਸਭ ਤੋਂ ਵੱਡੀ ਇਹ ਜਿਹੜੀ ਗਿਣਤੀ ਵਿੱਚ ਸ਼ਮੂਲੀਅਤ ਹੋਏਗੀ ਜੋ ਅੱਜ ਦਾ ਉੱਥੇ ਇਹਨਾਂ ਦਾ ਹੈਗਾ ਪ੍ਰਦਰਸ਼ਨ ਹੈਗਾ ਜੀ। ਮਿਹਰਬਾਨੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਬਿੰਦੂ ਜੀ, ਮੇਰੀ ਆਵਾਜ਼ ਆ ਰਹੀ ਹੈ ਤਾਂ ਤੁਹਾਨੂੰ ਇਸ ਮੁੱਦੇ ਤੇ ਤੁਸੀਂ ਅੱਜ ਦਿੱਲੀ ਦੇ ਬਾਰਡਰਾਂ ਤੇ ਡਟੇ ਹੋ। ਕਿਸਾਨ ਸੰਘਰਸ਼ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ ਕਿ ਅੱਜ ਦਾ ਦਿਨ ਜਿਹੜਾ ਹੈਗਾ ਕੌਮਾਂਤਰੀ ਮਹਿਲਾ ਦਿਵਸ ਦੇ ਨਾਂ ਤੇ ਸਾਰੀ ਸ਼ਕਤੀ, ਸਾਰੇ ਪ੍ਰੋਗਰਾਮ ਅੱਜ ਬਾਰਡਰਾਂ ਦੇ ਉੱਤੇ ਤੁਹਾਡੇ ਹੱਥ ਸੀ। ਅੱਜ ਬਾਰਡਰਾਂ ਤੇ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਤੇ ਸੁਨੇਹਾ ਦਿੱਤਾ ਕੌਮਾਂਤਰੀ ਪੱਧਰ ਤੇ ਕਿਸਾਨਾਂ ਦੇ ਸੰਘਰਸ਼ ਦਾ। ਬਿੰਦੂ ਜੀ, ਅਸੀਂ ਅੱਜ ਜੋ ਕੌਮਾਂਤਰੀ ਦਿਵਸ ਹੈ, ਔਰਤ ਦੇ ਹੱਕਾਂ ਦਾ ਦਿਨ ਹੈ, ਉਹ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਮਨਾਇਆ ਹੈਗਾ। ਜਦ ਕਿ ਇਸ ਕਿਸਾਨ ਸੰਘਰਸ਼ ਦੇ ਵਿੱਚ ਔਰਤਾਂ ਦਾ ਸ਼ਾਨਮੱਤਾ ਰੋਲ ਹੈ। ਜਦੋਂ ਤੋਂ ਇਹ ਕਾਨੂੰਨ ਆਏ ਹੈਗੇ ਆ, ਉਦੋਂ ਤੋਂ ਲੈ ਕੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਬਹੁਤ ਵੱਡੀ ਪੱਧਰ ਤੇ ਹੋਈ ਹੈ। ਉਹ ਪੇਂਡੂ ਔਰਤਾਂ ਜਿਨ੍ਹਾਂ ਨੂੰ ਘਰ ਦੇ ਵਿੱਚ ਬੰਦ ਰੱਖਿਆ ਜਾਂਦਾ ਹੈ, ਘਰੋਂ ਬਾਹਰ ਨਹੀਂ ਜਾਂਦੀਆਂ ਹੈਗੀਆਂ, ਤੇ ਉਹ ਔਰਤਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਜਿਹੜਾ ਸਾਡਾ ਕਾਲੇ ਕਾਨੂੰਨ ਜਿਹੜੇ ਖੇਤੀ ਸੈਕਟਰ ਦੇ ਉੱਤੇ ਜਿਨ੍ਹਾਂ ਦਾ ਹਮਲਾ ਤੇ ਜਿਹੜੇ ਹਮਲੇ ਦੇ ਨਾਲ ਇਹ ਸੰਕਟ, ਖੇਤੀ ਸੰਕਟ ਹੋਰ ਤਿੱਖਾ ਹੋਣਾ, ਡੂੰਘਾ ਹੋਣਾ, ਇਹਦੇ ਨਾਲ ਜਿਹੜਾ ਅਸੀਂ ਪਹਿਲਾਂ ਹੀ ਤੰਗੀਆਂ ਤੇ ਤੋਸ਼ੀਆਂ ਦੀ ਜ਼ਿੰਦਗੀ ਜਿਉ ਰਹੇ ਹਾਂ, ਜਿਹਦਾ ਸੰਤਾਪ ਅਸੀਂ ਲੰਮੇ ਸਮੇਂ ਤੋਂ ਭੋਗ ਰਹੇ ਹਾਂ, ਉਸ ਗੱਲ ਨੂੰ ਉਹਨਾਂ ਨੇ ਸਮਝਿਆ, ਇਸ ਗੱਲ ਨੂੰ ਕਿ ਉਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਸ਼ੁਰੂ ਤੋਂ ਸ਼ਾਮਲ ਹੋਈਆਂ ਨੇ ਤੇ ਉਹਨਾਂ ਦਾ ਸ਼ਾਨਮੱਤਾ ਰੋਲ ਹੈ। ਉਸ ਰੋਲ ਨੂੰ ਸੇਜਦਾ ਕਰਨ ਦੇ ਲਈ ਤੇ ਔਰਤਾਂ ਦੀ ਚੇਤਨਾ ਨੂੰ ਉੱਚਾ ਚੱਕਣ ਦੇ ਲਈ ਤੇ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਨੂੰ ਤਕੜਾਈ ਦੇਣ ਦੇ ਲਈ ਜਿਹੜਾ ਕੌਮਾਂਤਰੀ ਔਰਤ ਦਿਵਸ ਹੈ, ਉਹ ਅਸੀਂ ਟਿਕਰੀ ਪਕੌੜਾ ਚੌਂਕ ਦੇ ਸਟੇਜ ਤੇ ਬਣਾਇਆ, ਜਿਹਦੇ ਵਿੱਚ 50,000 ਤੋਂ ਵੱਧ ਔਰਤਾਂ ਪੰਜਾਬ ਦੇ ਵਿੱਚੋਂ ਆਈਆਂ ਨੇ, ਵੱਡੀ ਗਿਣਤੀ 'ਚ ਆਈਆਂ ਨੇ ਤੇ ਉਹਨਾਂ ਨੇ ਜਿਹੜਾ ਨਾ ਬਰਾਬਰੀ ਦਾ ਸਮਾਜ ਹੈ, ਔਰਤਾਂ ਤੇ ਹੁੰਦੇ ਜ਼ਬਰ ਹੈ, ਔਰਤਾਂ ਨਾਲ ਜਿਹੜੀ ਦੂਹਰੀ ਗੁਲਾਮੀ ਦਾ ਸ਼ਿਕਾਰ ਹੈ, ਜਿੱਥੇ ਅਸੀਂ ਕਾਲੇ ਕਾਨੂੰਨਾਂ ਦੇ ਖਿਲਾਫ ਲੜ ਰਹੇ ਹਾਂ, ਉੱਥੇ ਅਸੀਂ ਇਹ ਦੂਹਰੀ ਗੁਲਾਮੀ ਦੀ ਸ਼ਿਕਾਰ ਜਿਹੜੀ ਔਰਤ ਹੈ ਉਹਦੀ ਮੁਕਤੀ ਦੇ ਲਈ, ਉਹਦੇ ਹੱਕਾਂ ਦੇ ਲਈ ਵੀ ਅੱਜ ਜਿਹੜੀ ਆਵਾਜ਼ ਹੈ ਉਹ ਉਠਾਈ ਹੈ। ਅੱਜ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਔਰਤਾਂ ਨੇ ਐਡੇ ਇਕੱਠ ਕਰਕੇ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਪਹੁੰਚੀਆਂ ਹੋਣ ਤੇ ਉਹਨਾਂ ਨੇ ਆਪਣੇ ਹੱਕਾਂ ਦੀ, ਆਪਣੀ ਮੁਕਤੀ ਦੀ, ਆਪਣੀ ਬਰਾਬਰਤਾ ਦੀ ਗੱਲ ਕੀਤੀ ਹੋਵੇ, ਉਹ ਇਹ ਅੱਜ ਇਤਿਹਾਸਕ ਤੌਰ ਤੇ ਵੱਡਾ ਦਿਨ ਹੈ ਤੇ ਵੱਡੀ ਪੱਧਰ ਤੇ ਔਰਤਾਂ ਆਈਆਂ ਨੇ ਤੇ ਇਸ ਗੱਲ ਦਾ ਸਾਨੂੰ ਖੁਸ਼ੀ ਹੈ ਕਿ ਉਹ ਪੇਂਡੂ ਔਰਤਾਂ ਜਿਨ੍ਹਾਂ ਨੂੰ ਦੂਰੀ ਗੁਲਾਮੀ ਦਾ ਸ਼ਿਕਾਰ, ਉਹ ਗੁਲਾਮੀ ਦੇ ਜੰਜੀਰਾਂ ਤੋੜ ਕੇ ਦੁਨੀਆ ਨੂੰ ਦੇਖ ਰਹੀਆਂ ਨੇ, ਆਪਦੇ ਆਪ ਨੂੰ ਉਹ ਮਰਦਾਂ ਦੇ ਵਾਂਗ ਮਜ਼ਬੂਤ ਸਮਝ ਰਹੀਆਂ ਨੇ ਤੇ ਸਾਰੀਆਂ ਜ਼ਿੰਮੇਵਾਰੀਆਂ ਉਹ ਚੱਕ ਰਹੀਆਂ ਨੇ। ਅੱਜ ਵੀ ਜਿਹੜਾ ਕੌਮਾਂਤਰੀ ਔਰਤ ਮਨਾਇਆ ਗਿਆ, ਉਹਦੇ ਵਿੱਚ ਔਰਤਾਂ ਇਹਨਾਂ ਨੇ ਸਟੇਜ ਚਲਾਈ ਹੈ, ਔਰਤਾਂ ਹੀ ਬੁਲਾਰੇ ਬੋਲੀਆਂ ਨੇ, ਔਰਤਾਂ ਹੀ ਵਲੰਟੀਅਰ ਸੀ, ਔਰਤਾਂ ਨੇ ਫੰਡਿੰਗ ਕੀਤੀ ਹੈ, ਸਾਰੇ ਪ੍ਰਬੰਧ ਔਰਤਾਂ ਨੇ ਸੀ ਤੇ ਔਰਤਾਂ ਨੂੰ ਇਹ ਅਹਿਸਾਸ ਹੋ ਰਿਹਾ ਕਿ ਅਸੀਂ ਕਮਜ਼ੋਰ ਨਹੀਂ, ਸਾਨੂੰ ਹਕੂਮਤਾਂ ਦੇ ਵੱਲੋਂ ਕਮਜ਼ੋਰ ਬਣਾ ਕੇ ਰੱਖਿਆ ਗਿਆ ਹੈਗਾ। ਮਿਹਰਬਾਨੀ ਬਿੰਦੂ ਜੀ, ਮੈਂ ਬਾਕੀ ਸਵਾਲਾਂ ਤੇ ਫੇਰ ਆਉਣਾ ਤੁਹਾਡੇ ਵੱਲ।
ਸਾਡੇ ਨਾਲ ਇਸੇ ਤਰੀਕੇ ਨਾਲ ਸਿੰਘੂ ਬਾਰਡਰ ਤੋਂ ਵੀ ਡਾਕਟਰ ਰਣਵੀਰ ਜੀ ਜੁੜੇ ਹੋਏ ਹੈ। ਡਾਕਟਰ ਰਣਵੀਰ, ਜਿੱਦਾਂ ਟਿੱਕਰੀ ਬਾਰਡਰ ਦੀ ਗੱਲ ਕੀਤੀ ਹੈ ਬਿੰਦੂ ਜੀ ਨੇ, ਤੁਸੀਂ ਸਿੰਘੂ ਬਾਰਡਰ ਤੇ ਵੀ ਇਸ ਤਰ੍ਹਾਂ ਕੌਮਾਂਤਰੀ ਮਹਿਲਾ ਦਿਵਸ ਕਿਸਾਨੀ ਅੰਦੋਲਨ ਦੇ ਹੱਕ 'ਚ ਹੁੱਕਾ ਵੀ ਦਿੱਤਾ ਤੇ ਨਾਲ ਕੌਮਾਂਤਰੀ ਪੱਧਰ ਤੇ ਔਰਤ ਦਿਵਸ ਦੇ ਲਈ ਆਵਾਜ਼ ਵੀ ਉਠਾਈ ਹੈ। ਅਸੀਂ ਦਰਸ਼ਕਾਂ ਲਈ ਜਾਣਨਾ ਚਾਹਾਂਗੇ ਕਿ ਸਿੰਘੂ ਬਾਰਡਰ ਤੇ ਤੁਸੀਂ ਅੱਜ ਕਿਸ ਤਰ੍ਹਾਂ ਮਨਾਇਆ ਕੌਮਾਂਤਰੀ ਮਹਿਲਾ ਦਿਵਸ, ਡਾਕਟਰ ਰਣਵੀਰ ਜੀ। ਹਾਂਜੀ, ਥੈਂਕ ਯੂ ਸਿੱਧੂ ਸਾਹਿਬ ਜੀ। ਅੱਜ ਇਸ ਅੰਦੋਲਨ ਦਾ 102ਵਾਂ ਦਿਨ ਹੈ ਤੇ ਅਸੀਂ ਅੱਜ ਇਹ ਦਿਨ ਬੜਾ ਮਹੱਤਵਪੂਰਨ ਹੈ ਇਸ ਅੰਦੋਲਨ ਦੇ ਵਿੱਚ, ਕਿਉਂਕਿ ਇਸ ਅੰਦੋਲਨ ਦੇ ਵਿੱਚ ਅੱਜ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਹੈ। ਜਿੱਦਾਂ ਕਿ ਬਿੰਦੂ ਜੀ ਨੇ ਦੱਸਿਆ ਹੈ ਕਿ 50,000 ਤੋਂ ਵੱਧ, ਮੈਨੂੰ ਤਾਂ ਲੱਗਦਾ ਇੱਥੇ ਕੋਈ ਅਣਗਿਣਤ ਹੀ ਲੱਗ ਰਹੀਆਂ ਸੀ। ਜਿੱਦਾਂ ਜੱਥੇ ਦੇ ਜੱਥੇ ਬੱਸਾਂ ਭਰ ਕੇ ਪਿੰਡਾਂ ਦੇ, ਪੰਜਾਬ ਦੇ, ਹਰਿਆਣੇ ਦੇ ਕੋਨੇ ਤੋਂ ਆਈਆਂ ਸੀ। ਤੇ ਇਸ ਕਰਕੇ ਜਿੱਦਾਂ ਬਿੰਦੂ ਜੀ ਨੇ ਦੱਸਿਆ ਕਿ ਸਟੇਜ ਵੀ ਜੇ ਕੰਡਕਟ ਵੀ, ਬੁਲਾਰੇ ਵੀ, ਵੋਲੰਟੀਅਰਿੰਗ ਵੀ ਸਭ ਅੱਜ ਔਰਤਾਂ ਦੇ ਹਵਾਲੇ ਸੀਗੇ। ਔਰ ਜੋ ਅੱਜ ਬੁਲਾਰਿਆਂ ਨੇ ਉੱਥੇ ਖੜ ਕੇ ਜੋ ਭਾਸ਼ਣ ਦਿੱਤੇ ਉਹ ਤੁਸੀਂ ਜਾਣ ਕੇ ਹੈਰਾਨ ਹੋ ਗਏ। ਉਹ ਕਹਿੰਦੇ ਸਾਡੇ ਵੀਰਾਂ ਨਾ ਅਪ੍ਰੈਲ ਦੇ ਵਿੱਚ ਵਾਢੀਆਂ ਕਰ ਰਹੇ ਨੇ, ਉਹ ਵਾਢੀਆਂ ਕਰਨ ਜਾਣ, ਸਟੇਜ ਅਸੀਂ, ਮੋਰਚਾ ਅਸੀਂ ਸੰਭਾਲਾਂਗੇ। ਸੋ ਇਸ ਗੱਲ ਦਾ ਮੈਂ ਬਹੁਤ ਫਖਰ ਕਰ ਰਹੀ ਹਾਂ ਕਿ ਸਾਡੀਆਂ, ਮੈਂ ਕਹਿੰਦੀ ਹਾਂ ਪੰਜਾਬ ਤੋਂ ਵੀ ਵੱਧ ਹਰਿਆਣੇ ਦੀਆਂ ਔਰਤਾਂ ਅੱਗੇ ਆਈਆਂ ਨੇ। ਉਹਨਾਂ ਨੇ ਸਟੇਜ ਤੇ ਆ ਕੇ ਰਾਗਨੀ ਗਾਈ, ਉਹਨਾਂ ਨੇ ਆ ਕੇ ਹਰਿਆਣਵੀ ਨਾਚ ਪੇਸ਼ ਕੀਤਾ ਜੋ ਕੇਂਦਰੀ ਸਰਕਾਰ ਦੇ ਵਿਰੁੱਧ ਸੀਗੀ। ਸੋ ਮੈਂ ਹਰਿਆਣੇ ਦੇ ਔਰਤਾਂ ਨੂੰ ਸਲਾਮ ਕਰਦੀ ਹਾਂ ਔਰ ਦੁਆ ਕਰਦੀ ਹਾਂ ਕਿ ਅਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਮੋਢਾ ਜੋੜ ਕੇ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾਈਏ ਔਰ ਆਪਾਂ ਜੰਗ ਜਿੱਤ ਕੇ ਅੱਗੇ ਆਪਣੇ ਘਰਾਂ ਨੂੰ ਵਾਪਸ ਜਾਈਏ। ਜੀ ਡਾਕਟਰ ਜੋਤੀ ਸੇਠ, ਬਹੁਤ ਅਹਿਮ ਮੌਕਾ ਹੈ ਜਿਸ ਮੌਕੇ ਤੇ ਤੁਸੀਂ ਬਾਕੀ ਦੇ ਜਿਹੜੇ ਸਾਡੇ ਮਹਿਮਾਨ ਆ ਉਹਨਾਂ ਦੀ ਗੱਲ ਵੀ ਸੁਣੀ ਹੈ। ਕੀ ਵਜ੍ਹਾ ਹੈਗੀ ਹੈ ਕਿ ਜਿਸ ਤਰ੍ਹਾਂ ਡਾਕਟਰ ਰਣਬੀਰ ਨੇ ਕਿਹਾ, ਬਿੰਦੂ ਜੀ ਨੇ ਵੀ ਕਿਹਾ ਕਿ ਜਥਿਆਂ ਦੇ ਜਥੇ ਕਾਫਲੇ ਜਿਹੜਾ ਹੈਗਾ ਦਿੱਲੀ ਬਾਰਡਰ ਤੇ ਜਾ ਕੇ ਕੌਮਾਂਤਰੀ ਮਹਿਲਾ ਦਿਵਸ ਤੇ ਸੁਨੇਹਾ ਦਿੱਤਾ ਹੈ ਹਰਿਆਣੇ ਦੀਆਂ ਔਰਤਾਂ ਚਾਹੇ ਪੰਜਾਬ ਦੀਆਂ ਔਰਤਾਂ। ਕੀ ਵਜ੍ਹਾ ਕਿ ਏਡੀ ਵੱਡੀ ਪੱਧਰ ਤੇ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ ਡਾਕਟਰ ਜੋਤੀ ਸੇਠ ਤੁਸੀਂ? ਇੱਕ ਸਮਾਜ ਸ਼ਾਸਤਰੀ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਅੱਜ ਸਾਨੂੰ ਕਲੈਕਟਿਵ ਸਟਰਗਲਸ ਆਫ ਔਮਨ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਕਲੈਕਟਿਵ ਡ੍ਰੀਮਸ ਆਫ ਔਮਨ, ਸਪੈਸ਼ਲੀ ਜਿਹੜਾ ਸਾਡਾ ਫੋਕਸ ਹੈ। ਥੋੜਾ ਜਿਹਾ ਮੈਂ ਇਹ ਕਹਿਣਾ ਚਾਹਾਂਗੀ ਕਿ ਕਿਸਾਨ ਔਰਤ ਜਿਹੜੀ ਹੈ ਉਹ ਕਿਸਾਨ ਪੁਰਸ਼ ਦੇ ਨਾਲ ਪਾਰਟਨਰ ਹੈ, ਉਹ ਵੱਖ ਨਹੀਂ ਹੈ। ਉਹਦੀ ਲੇਬਰ ਫ੍ਰੀ ਅਸੀਂ ਨਹੀਂ ਮੰਨੀਏ, ਉਹਦੀ ਵੈਲਿਊਡ ਲੇਬਰ ਮੰਨੀਏ ਅਸੀਂ, ਕਿਉਂਕਿ ਉਹਦੀ ਕੰਟਰੀਬਿਊਸ਼ਨ ਪੂਰੀ ਹੈ ਕਿਸਾਨੀ ਵਿੱਚ। ਉਹ ਬੀਜ ਨੂੰ ਸਾਂਭ ਕੇ ਰੱਖਣ ਤੋਂ ਬੋਨ ਤੇ ਵਾਢੀ ਕਰਨ ਤੱਕ, ਤੇ ਨਾਲੇ ਕਮੀਆਂ ਨਾ ਖਾਣਾ ਬਣਾਉਣਾ, ਸਾਰਾ ਘਰ-ਬਾਰ ਦੇਖਣਾ, ਉਹਦੀ ਲੇਬਰ ਨੂੰ ਜਿਹਨੂੰ ਫ੍ਰੀ ਮੰਨਿਆ ਜਾਂਦਾ ਉਹਨੂੰ ਅਸੀਂ ਫ੍ਰੀ ਨਾ ਮੰਨੀਏ, ਉਹਨੂੰ ਵੈਲਿਊਡ ਲੇਬਰ ਮੰਨੀਏ। As a sociologist, I feel कि this is the time जब असी woman farmer ਦੀ partnership with men farmer ਨੂੰ celebrate ਕਰੀਏ। ਉਹਨਾਂ ਦੀ awareness, ਉਹਨਾਂ ਦੀ consciousness ਤੇ ਉਹਨਾਂ ਦੇ ਜਿਹੜੇ struggles ਹੈ, collective struggles, ਉਹਨਾਂ ਨੂੰ celebrate ਕਰੀਏ। ਔਰ ਜਦ ਅਸੀਂ ਰਿਸਰਚ ਕਰਨੇ ਆ ਤਾਂ ਅਸੀਂ ਜਦ ਕਰਦੇ ਹਾਂ ਕਿ ਇਨਕਮ ਫੈਮਿਲੀ ਦੀ ਕੀ ਹੈ ਤੇ ਸਿਰਫ ਪੁਰਸ਼ ਦੀ ਇਨਕਮ ਦੱਸੀ ਜਾਂਦੀ ਹੈ, ਔਰਤ ਦੀ ਕੰਟਰੀਬਿਊਸ਼ਨ ਨਹੀਂ ਦੱਸੀ ਜਾਂਦੀ। ਜਿਹੜਾ ਜ਼ਮੀਨ ਹੈ ਉਹ ਪੁਰਸ਼ ਦੇ ਨਾਮ ਤੇ ਹੁੰਦੀ ਹੈ, ਔਰਤ ਦੇ ਨਾਮ ਤੇ ਨਹੀਂ। ਤੇ ਇਹ ਸਟਰਗਲ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਵੀ ਬੜੀ ਇੰਪੋਰਟੈਂਟਲੀ ਸਾਹਮਣੇ ਲਿਆਏਗੀ। ਐਂਡ ਅੱਜ ਜਿਹੜਾ ਮਹਿਲਾ ਦਿਵਸ ਦਾ ਸਲੋਗਨ ਹੈ ਚੂਜ਼ ਟੂ ਚੈਲੰਜ, ਉਹ ਸਾਡੇ ਲਈ ਬਹੁਤ ਅਹਿਮ ਹੈ ਇਸ ਮੋਮੈਂਟ ਤੇ। ਸੋ ਵੀ ਚੂਜ਼ ਟੂ ਚੈਲੰਜ ਥਿੰਗਸ ਇਨ ਆਰ ਓਨ ਲਾਈਵਸ, ਇਨ ਦ ਪਬਲਿਕ ਡੋਮੇਨ ਐਂਡ ਇਨ ਦ ਪ੍ਰਾਈਵੇਟ ਡੋਮੇਨ। ਉਹ ਬਹੁਤ ਜ਼ਿਆਦਾ ਇੰਪੋਰਟੈਂਟ ਫੋਕਸ ਇਸ ਕੰਟੈਕਸਟ ਵਿੱਚ ਐਨਾਲਿਟਿਕਲੀ ਵੀ ਹੋ ਸਕਦਾ ਹੈ। ਡਾਕਟਰ ਜੋਤੀ ਸੇਠ, ਇੱਕ ਸਵਾਲ ਜਿਹੜਾ ਮੈਂ ਅੱਗੇ ਜਾਣ ਤੋਂ ਪਹਿਲਾਂ ਜ਼ਰੂਰ ਲੈਣਾ ਚਾਹਾਂਗਾ ਤੇ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਕਿ ਦੇਖੋ ਪੇਂਡੂ ਖੇਤਰ ਦੇ ਵਿੱਚ ਜਿਹੜੀਆਂ ਮਹਿਲਾਵਾਂ ਹੈਗੀਆਂ, ਔਰਤਾਂ, ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ। ਜਦੋਂ ਤੁਸੀਂ ਬੀਜ ਦੀ ਗੱਲ ਕੀਤੀ ਹੈ, ਵੱਖ-ਵੱਖ ਖੇਤਰਾਂ, ਚਾਹੇ ਡੰਗਰ ਸਾਂਭਣ ਦੀ ਗੱਲ ਹੈ, ਚਾਹੇ ਪੈਲੀਆਂ ਨੂੰ ਸਾਂਭਣ ਦੀ ਗੱਲ ਹੈ, ਚਾਹੇ ਪਰਿਵਾਰ ਸਾਂਭਣ ਦੀ ਗੱਲ ਹੈ, ਇਹਦੇ ਬਾਵਜੂਦ ਵੀ ਜਦੋਂ ਸਾਡੇ ਖੇਤੀਬਾੜੀ ਮਾਹਰ ਹੈ ਜਾਂ ਦੂਜੇ ਐਕਸਪਰਟ ਹੈਗੇ ਹੈ, ਉਹ ਜਦੋਂ ਫਸਲਾਂ ਦੀਆਂ ਕੀਮਤਾਂ ਤੈਅ ਕਰਦੇ ਹੈ ਜਾਂ ਉਹਨਾਂ ਬਾਰੇ ਹਿਸਾਬ ਕਰਦੇ ਹੈ, ਤਾਂ ਜਿਹੜੀ ਮਹਿਲਾਵਾਂ ਦੀ ਕੰਟਰੀਬਿਊਸ਼ਨ ਹੈ ਉਹ ਕਿਧਰੇ ਉਸ ਨੂੰ ਉਭਾਰਿਆ ਨਹੀਂ ਜਾਂਦਾ, ਜ਼ਿਕਰ ਨਹੀਂ ਕੀਤਾ ਜਾਂਦਾ ਕਿ ਵੀ ਐਡਾ ਵੱਡੀ ਕੰਟਰੀਬਿਊਸ਼ਨ ਹੈ
ਉਹ ਕਿਸੇ ਖਾਤੇ 'ਚ ਆਉਂਦੀ ਨਹੀਂ, ਜਿਹੜੀ ਮਹਿਲਾਵਾਂ ਦੀ ਕੰਟਰੀਬਿਊਸ਼ਨ ਜਾਂ ਉਹਨਾਂ ਦਾ ਯੋਗਦਾਨ। एग्जैक्टली जी डॉक्टर तो ज्योति वो इस अंदोलन राही मेरा ख्याल ਇਹ ਸਾਰਾ ਕੁਝ ਉਭਰ ਕੇ ਆ ਰਿਹਾ ਹੈ ਕਿ ਜਿਹੜੀ ਔਰਤ ਦੀ ਕੰਟਰੀਬਿਊਸ਼ਨ ਹੈ ਉਹ ਬਹੁਤ ਇੰਪੋਰਟੈਂਟ ਹੈ ਤੇ ਨਾਲੇ ਹੁਣ ਔਰਤਾਂ ਨੂੰ ਵੀ ਇਹ ਲੱਗ ਰਿਹਾ ਕਿ ਸਾਡੇ ਕੋਲ ਸਟਰੈਂਥ ਵੀ ਹੈ, ਕਰੇਜ ਵੀ ਹੈ ਤੇ ਸਿਸਟਰਹੁੱਡ ਵੀ ਹੈ, ਕਿਉਂਕਿ ਇਕੱਠ ਦਾ ਜਿਹੜਾ ਸਿਸਟਰਹੁੱਡ ਦਾ ਕਨਸੈਪਟ ਹੈ ਉਹ ਬਹੁਤ ਜ਼ਿਆਦਾ ਕਰੇਜ ਦਿੰਦਾ ਹੈ ਹਰੇਕ ਇਨਸਾਨ ਨੂੰ ਤੇ ਗਰੁੱਪ ਨੂੰ ਵੀ। ਤੇ ਜਦ ਕਲੈਕਟਿਵ ਹੋ ਜਾਏ, ਕਲੈਕਟਿਵ ਸਟਰੈਂਥ ਹੋ ਜਾਏ, ਉਹਦੇ ਨਾਲ ਅਸੀਂ ਕਈ ਜਿਹੜੇ ਸਾਡੇ ਅਸਮਾਨਤਾਵਾਂ ਹੈਗੀਆਂ ਸਾਡੇ ਸਮਾਜ ਉਹਨੂੰ ਵੀ ਕਾਊਂਟਰ ਕਰ ਸਕਦੇ ਹਾਂ। ਹੁਣ ਇੱਕ ਨਏ ਰਸਤੇ ਮੈਨੂੰ ਲੱਗਦਾ ਹੈ ਸਾਡੇ ਲਈ ਖੁੱਲ ਰਹੇ ਹੈ ਔਰ ਉਹ ਕਲੈਕਟਿਵਲੀ ਜਦ ਅਸੀਂ ਉਹਨਾਂ ਨੂੰ ਐਡਰੈਸ ਕਰਾਂਗੇ ਤਾਂ ਸਾਡੀ ਬਹੁਤ ਸਾਰੇ ਜਿਹੜੀ ਅਸਮਾਨਤਾ ਹੈਗੀਆਂ ਹੈ ਸਾਡੇ ਸਮਾਜ, ਸਪੈਸ਼ਲੀ ਕਿਸਾਨ ਔਰਤ ਜਿਹੜੀ ਹੈ ਉਹਨੂੰ ਅਸੀਂ ਸ਼ਾਇਦ ਐਡਰੈਸ ਕਰ ਸਕੀਏ ਐਂਡ ਰੈਕਗਨੀਸ਼ਨ ਵੀ ਮਿਲੇ ਦੂਸਰੀ ਤਰਫ। ਬਿਲਕੁਲ ਠੀਕ, ਬਿਲਕੁਲ ਠੀਕ। ਬਿੰਦੂ ਜੀ, ਇਨਫੋਰਮੇਸ਼ਨ ਦੀ ਕਮੀ ਨਹੀਂ ਹੈ, ਇਨਫੋਰਮੇਸ਼ਨ ਇੱਕ ਬਹੁਤ ਵੱਡਾ ਟੂਲ ਹੈ ਤੇ ਹੁਣ ਕਿਉਂਕਿ ਇਨਫੋਰਮੇਸ਼ਨ ਦੀ ਵੀ ਕਮੀ ਨਹੀਂ ਹੈ, ਉਹ ਪੂਰੀ ਤਰ੍ਹਾਂ ਪਾਰਟਨਰ ਨੇ ਆਪਣੇ ਪੁਰਸ਼ ਕਿਸਾਨਾਂ ਨਾਲ। ਜੀ ਬਿੰਦੂ ਜੀ, ਜਿੱਦਾਂ ਡਾਕਟਰ ਜੋਤੀ ਸਿੰਘ ਨੇ ਕਮੈਂਟਸ ਕੀਤੇ ਹੈ, ਜਦੋਂ ਐਡੀ ਵੱਡੀ ਪੱਧਰ ਤੇ ਪਾਰਟਿਸਿਪੇਸ਼ਨ ਹੋ ਰਹੀ ਹੈ ਔਰਤਾਂ ਦੀ ਕਿਸਾਨ ਅੰਦੋਲਨ ਦੇ ਵਿੱਚ, ਕਿਧਰੇ ਬਿੰਦੂ ਜੀ ਇਹ ਵੀ ਲੱਗਦਾ, ਤੁਸੀਂ ਕਿਉਂਕਿ ਸਿੱਧੇ ਤੌਰ ਤੇ ਜੁੜੇ ਹੋ ਸਾਰੇ ਇਸ ਅੰਦੋਲਨ ਦੇ ਨਾਲ, ਕਿ ਜੇ ਖੇਤੀ ਉਜੜੇਗੀ ਤਾਂ ਸਭ ਤੋਂ ਵੱਡੀ ਮਾਰ ਜਿਹੜੀ ਹੈਗੀ ਹੈ ਉਹ ਪੇਂਡੂ ਸਮਾਜ ਦੇ 'ਚ ਔਰਤਾਂ ਤੇ ਪਏਗੀ। ਕਿਤੇ ਇਹ ਵੀ ਗੱਲ ਲੱਗਦਾ ਕਿ ਔਰਤਾਂ 'ਚ ਸੁਨੇਹਾ ਜਾ ਰਿਹਾ ਕਿ ਜੇ ਖੇਤੀ ਨਹੀਂ ਬਚੇਗੀ ਤਾਂ ਸਾਡੇ ਲਈ ਵੀ ਵਿਪਤਾ ਦੇ ਪਹਾੜ ਟੁੱਟਣ ਵਾਲੇ ਹੈ। ਬਿੰਦੂ ਜੀ, ਕਿਧਰੇ ਇਹ ਸੁਨੇਹਾ ਇਹ ਵੀ ਇੱਕ ਵਜ੍ਹਾ ਹੈਗੀ ਹੈ ਜਿਹਦੇ ਕਰਕੇ ਔਰਤਾਂ ਖੁੱਲ੍ਹ ਕੇ ਇਸ ਅੰਦੋਲਨ 'ਚ ਆ ਰਹੀਆਂ? ਬਿਲਕੁਲ ਸਰ, ਇਹ ਗੱਲ ਔਰਤਾਂ ਦੇ ਵਿੱਚ ਗਈ ਹੈ, ਲੈ ਕੇ ਗਏ ਹੈ ਕਿ ਜਿਹੜੀ ਖੇਤੀ ਪਹਿਲਾਂ ਹੀ ਘਾਟੇ ਦਾ ਸੌਦਾ ਬਣੀ ਹੋਈ ਹੈ, ਜਿਹੜੀ ਖੇਤੀ ਪਹਿਲਾਂ ਹੀ ਸੰਕਟ ਦੇ ਵਿੱਚ ਹੈ, ਸਾਮਰਾਜੀ ਘਰਾਣੇ ਤੇ ਇੱਕ ਨੇ ਪੁਲਿਸਾਂ ਨੂੰ ਲੁੱਟ ਰਹੀਆਂ ਨੇ, ਕਿ ਉਹ ਪਹਿਲਾਂ ਹੀ ਜਿਹੜੇ ਲੋਕਾਂ ਕੋਲੋਂ ਜ਼ਮੀਨ ਖੁੱਸ ਰਹੀ ਹੈ, ਕਰਜ਼ੇ ਚੜ ਰਹੇ ਨੇ, ਖੁਦਕੁਸ਼ੀਆਂ ਹੋ ਰਹੀਆਂ ਨੇ, ਉਹਦਾ ਜਿਹੜਾ ਸੰਤਾਪ ਹੈ ਸਭ ਤੋਂ ਵੱਧ ਪੇਂਡੂ ਔਰਤਾਂ ਤੇ ਪੈਂਦਾ ਹੈਗਾ। ਇੱਕ ਮਰਦ ਖੁਦਕੁਸ਼ੀ ਕਰ ਜਾਂਦਾ ਹੈਗਾ, ਪੁੱਤ ਖੁਦਕੁਸ਼ੀ ਕਰ ਜਾਂਦਾ ਹੈਗਾ, ਉਹ ਔਰਤ ਨਾਲੇ ਘਰ ਦੀਆਂ ਜ਼ਿੰਮੇਵਾਰੀਆਂ ਚੱਕਦੀ ਹੈ, ਨਾਲੇ ਉਹ ਕੰਮ ਕਰਦੀ ਹੈਗੀ ਹੈ, ਬੱਚੇ ਪਾਲਦੀ ਹੈਗੀ, ਉਹਨਾਂ ਨੂੰ ਪੜ੍ਹਾਉਂਦੀ ਲਿਖਾਉਂਦੀ ਹੈਗੀ ਹੈ, ਤੇ ਸਮਾਜ 'ਚ ਉਹਦੇ ਲਈ ਦੁਸ਼ਵਾਰੀਆਂ ਵੱਧਦੀਆਂ ਨੇ ਤੇ ਬਿਨਾਂ ਕਿਸੇ ਨਸ਼ੇ ਦਾ ਸਹਾਰਾ ਲਿਆ ਤੇ ਉਹ ਸਾਰਾ ਕੁਝ ਝੱਲਦੀਆਂ ਨੇ। ਉਹਨਾਂ ਲਈ ਜੇ ਇਹ ਕਾਨੂੰਨ ਲਾਗੂ ਹੁੰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਇਹ ਕਾਨੂੰਨ ਲਾਗੂ ਹੁੰਦੇ, ਜਿਹੜੀਆਂ ਅਸੀਂ ਪਹਿਲਾਂ ਹੀ ਤਕਲੀਫਾਂ ਝੱਲ ਰਹੀਆਂ ਨੇ, ਉਹਨਾਂ ਤਕਲੀਫਾਂ ਦੇ ਵਿੱਚ ਜੀ ਰਹੀਆਂ, ਜੇ ਕਾਨੂੰਨ ਲਾਗੂ ਹੋ ਜਾਂਦੇ ਤਾਂ ਜ਼ਮੀਨਾਂ ਸਾਡੇ ਕੋਲੋਂ ਖੁੱਸਣਗੀਆਂ, ਖੁਦਕੁਸ਼ੀਆਂ ਹੋਰ ਵਧਣਗੀਆਂ ਤੇ ਔਰਤਾਂ ਤੇ ਜਿਹੜੇ ਜ਼ਬਰ ਹੈ ਉਹ ਵੀ ਹੋਰ ਤੇਜ਼ੀ ਨਾਲ ਵਧਣਗੇ। ਉਹਨਾਂ ਦੀ ਮਾਰ ਔਰਤਾਂ ਹੰਢਾਉਣਗੀਆਂ। ਇਸ ਗੱਲ ਨੂੰ ਮਹਿਸੂਸ ਕਰਕੇ ਉਹ ਵੱਡੀ ਗਿਣਤੀ ਦੇ ਵਿੱਚ ਘਰਾਂ ਤੋਂ ਬਾਹਰ ਆਈਆਂ ਨੇ ਤੇ ਬੋਲਣ ਲੱਗੀਆਂ ਨੇ। ਜਿਹੜੀਆਂ ਔਰਤਾਂ ਕਦੇ ਆਪਣੇ ਪਤੀ ਮੂਹਰੇ ਨਹੀਂ ਬੋਲ ਸਕਦੀਆਂ, ਜਿਹੜੀ ਔਰਤ ਆਪਣੇ ਕਦੇ ਪੁੱਤ ਮੂਹਰੇ ਨਹੀਂ ਬੋਲ ਸਕਦੀ, ਅੱਜ ਉਹ ਸਟੇਜਾਂ ਤੇ ਬੋਲ ਰਹੀ ਹੈ, ਔਰਤਾਂ ਨੂੰ ਇਕੱਠਾ ਕਰ ਰਹੀ ਹੈ, ਉਹਨਾਂ ਦੀ ਅਗਵਾਈ ਕਰ ਰਹੀ ਹੈ, ਉਹ ਔਰਤਾਂ ਦੀ ਲੀਡਰ ਬਣ ਰਹੀ ਹੈ, ਉਹ ਔਰਤਾਂ ਨੂੰ ਇਕੱਠੀਆਂ ਕਰਕੇ ਦਿੱਲੀ ਤੱਕ ਲੈ ਕੇ ਆ ਰਹੀ ਹੈ। ਇਹ ਬਹੁਤ ਵੱਡਾ ਉਹਨਾਂ ਨੇ ਹਮਲੇ ਨੂੰ ਸਮਝਿਆ ਤੇ ਇਹਨੂੰ ਇਸ ਹਮਲੇ ਦਾ ਮੂੰਹ ਤੋੜਨ ਦੇ ਵਾਸਤੇ, ਇਹਨੂੰ ਪਿੱਛੇ ਮੋੜਨ ਦੇ ਵਾਸਤੇ ਉਹ ਜੂਝ ਰਹੀਆਂ ਨੇ, ਜੰਗ ਦੇ ਮੈਦਾਨ 'ਚ ਨੇ। ਜੀ ਡਾਕਟਰ ਰਣਵੀਰ, ਬਹੁਤ ਅਹਿਮ ਸਵਾਲ ਹੈ। ਚਾਹੇ ਆਪਾਂ ਕਿਸਾਨ ਪਰਿਵਾਰ ਦੀ ਔਰਤ ਦੀ ਗੱਲ ਕਰ ਲਈਏ, ਚਾਹੇ ਖੇਤ ਮਜ਼ਦੂਰ ਜਿਹੜਾ ਪਰਿਵਾਰ ਹੈ ਉਸ ਔਰਤ ਦੀ ਗੱਲ ਕਰ ਲਈਏ, ਅਗਰ ਖੇਤੀ ਉਜੜੇਗੀ, ਤਿੰਨੇ ਕਾਲੇ ਕਾਨੂੰਨ ਲਾਗੂ ਹੁੰਦੇ ਹੈ ਤਾਂ ਲੱਗਦਾ ਹੈ ਕਿ ਚਾਹੇ ਉਹ ਦਲਿਤ ਔਰਤ ਹੈ ਚਾਹੇ ਕਿਸਾਨ ਔਰਤ ਹੈ, ਉਹਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਾਰ ਸਾਨੂੰ ਔਰਤਾਂ ਨੂੰ ਪਏਗੀ ਜੇ ਖੇਤੀ ਉਜੜਦੀ ਹੈ, ਚਾਹੇ ਖੇਤ ਮਜ਼ਦੂਰ ਹੈ ਚਾਹੇ ਕਿਸਾਨ ਹੈ। ਹਾਂਜੀ ਸਰ, ਹਾਂਜੀ 100% ਇਹ ਬਿਲਕੁਲ ਸੱਚ ਹੈ ਕਿ ਇਹ ਅਗਰ ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤੇ ਔਰ ਸਾਡੀ ਖੇਤੀ ਉਜੜਦੀ ਹੈ ਵੀ ਉਹ ਹਰ ਇੱਕ ਘਰ ਨੂੰ ਬਰਬਾਦ ਕਰੇਗੀ। ਪੰਜਾਬ ਹੋਵੇ, ਹਰਿਆਣਾ ਕੇ ਦੇਸ਼ ਦਾ ਹਰ ਜੋ ਕਿਸਾਨੀ ਦੇ ਨਾਲ ਜੁੜਿਆ ਹੈ ਉਹ ਹਰ ਘਰ ਨੂੰ ਬਰਬਾਦ, ਔਰ ਖੁਦਕੁਸ਼ੀਆਂ ਵਧਣਗੀਆਂ ਔਰ ਔਰਤਾਂ ਦੀਆਂ ਜਿਹੜੀਆਂ ਮੁਸੀਬਤਾਂ ਉਹ ਹੋਰ ਵਧਣਗੀਆਂ, ਉਹਨਾਂ ਦੇ ਉੱਤੇ ਹੋਰ ਜ਼ਿੰਮੇਵਾਰੀਆਂ, ਉਹਨਾਂ ਦੀ ਐਕਸਪਲਾਈਟੇਸ਼ਨ ਉਹ ਜ਼ਿਆਦਾ ਵਧੇਗੀ। ਇਸ ਕਰਕੇ ਮੈਂ ਤਾਂ ਵੀ ਅੱਜ ਦੇ ਅੰਦੋਲਨ ਦੀ ਔਰ ਅੱਜ ਦੇ ਦਿਵਸ ਦੀ ਇਸ ਕਰਕੇ ਬਹੁਤ ਜ਼ਿਆਦਾ ਆਭਾ ਪਾ ਰਹੀ ਹੈ ਕਿ ਇਸ ਨੇ ਸਾਨੂੰ ਔਰਤਾਂ ਨੂੰ
ਅੱਗੇ ਲਿਆ ਕੇ ਇਸ ਅੰਦੋਲਨ ਅਗਰ ਦੇਖਿਆ ਜਾਏ ਅਸਲੀ ਤਰੀਕੇ ਵਿੱਚ ਇਸ ਅੰਦੋਲਨ ਨਾਲ ਸਾਡੇ ਨੌਜਵਾਨਾਂ ਨੂੰ, ਸਾਡੀਆਂ ਔਰਤਾਂ ਨੂੰ, ਸਾਡੇ ਬੱਚਿਆਂ ਨੂੰ ਘਰੋਂ ਬਾਹਰ ਕੱਢਿਆ ਅਤੇ ਆਪਣੇ ਵੀਰਾਂ ਨਾਲ, ਭਰਾਵਾਂ ਨਾਲ ਮੋਢਾ ਜੋੜ ਕੇ ਸਾਨੂੰ ਅੱਗੇ ਨਾਲ ਅਸੀਂ ਲੈ ਕੇ ਗਏ ਹਾਂ। ਜੀ ਡਾਕਟਰ ਸਹੋਤਾ, ਜਿਹੜਾ ਹੈਗਾ, ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਸ ਮੁੱਦੇ ਤੇ ਤੁਹਾਡੇ ਤੋਂ ਵੀ ਜਵਾਬ ਜ਼ਰੂਰ ਲੈਣਾ ਚਾਹਾਂਗਾ ਇਸ ਸਵਾਲ ਦਾ ਕਿ ਇੰਨੀ ਵੱਡੀ ਪਾਰਟਿਸਿਪੇਸ਼ਨ ਪੇਂਡੂ ਔਰਤਾਂ ਦੀ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਚਾਹੇ ਕਿਸਾਨ ਪਰਿਵਾਰ ਹੈ, ਖੇਤ ਮਜ਼ਦੂਰ ਪਰਿਵਾਰ ਹੈ, ਦੋਨੇ ਜਿਹੜੀਆਂ ਧਿਰਾਂ ਹੈਗੀਆਂ, ਉਹਨਾਂ ਦੀਆਂ ਔਰਤਾਂ ਨੂੰ ਬਹੁਤ ਵੱਡਾ ਕਿਸੇ ਵੀ ਸੰਕਟ ਦਾ ਸੰਤਾਪ ਭੋਗਣਾ ਪੈਂਦਾ ਹੈ। ਕਿ ਵੀ ਵਜ੍ਹਾ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੀਆਂ ਨਹੀਂ ਹੋਵਾਂਗੀਆਂ ਤਾਂ ਮਾਰ ਔਰਤਾਂ ਤੇ ਵੀ ਬਹੁਤ ਵੱਡੀ ਪਏਗੀ। ਡਾਕਟਰ ਸਹੋਤਾ। ਬਿਲਕੁਲ ਜੀ, ਬਿਲਕੁਲ। ਕਹਦੇ ਮਰਦਾ ਕੀ ਨਹੀਂ ਕਰਦਾ, ਕਿਉਂਕਿ ਇਹ ਜਿਹੜੀ ਲੜਾਈ ਹੈ ਬਰਾਬਰੀ, ਹੱਕ ਤੇ ਨਿਆਂ ਦੀ ਲੜਾਈ ਹੈ। ਦੇਖੋ ਤੁਸੀਂ, ਇਹ ਜ਼ਿਆਦਾ ਵਿਮਨ ਜਿਹੜੀਆਂ ਨੇ ਉਹ ਪ੍ਰੋਟੈਸਟਰ ਜਿਹੜੇ ਨੇ ਉਹ ਫਾਰਮਿੰਗ ਫੈਮਿਲੀਜ਼ ਨੂੰ ਬਿਲੋਂਗ ਕਰਦੀਆਂ ਨੇ। ਨੋ ਡਾਊਟ ਹੈ ਜੀ, ਵਿਦਿਆਰਥੀ ਵੀ ਨੇ, ਪ੍ਰੋਫੈਸਰ ਵੀ ਨੇ, ਡਾਕਟਰ, ਬੁੱਧੀਜੀਵੀ ਵਰਗ ਵੀ ਹੈ, ਹਰ ਵਰਗ ਸ਼ਾਮਿਲ ਹੈਗਾ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਇਨਸਿਕਿਉਰਿਟੀ ਹੈ, ਜਿਹੜੀ ਬੇਟੀ ਬਚਾਓ ਦਾ ਜਿਹੜਾ ਸੀਗਾ ਨਕਾਬ ਪਹਿਨਿਆ ਹੋਇਆ, ਉਹ ਬਿਲਕੁਲ ਲੀਰੋ ਲੀਰ ਹੋ ਚੁੱਕਿਆ ਹੈ। ਇਸ ਕਰਕੇ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਸਾਡੀ ਐਗਜ਼ਿਸਟੈਂਸ ਦੀ ਲੜਾਈ ਹੈ। ਸਾਨੂੰ ਜਿਹੜਾ ਹੈਗਾ ਆਪਣੇ ਨਿਰਵਾਹ ਵਾਸਤੇ, ਜਿਸ ਚੀਜ਼ ਤੇ ਸਾਡਾ ਨਿਰਵਾਹ ਹੈਗਾ ਉਹ ਤੋਂ ਅਸੀਂ ਵਾਂਝੇ ਹੋ ਸਕਦੇ ਹਾਂ। ਸਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਰਹੀ ਹੈ। ਇਸ ਕਰਕੇ ਉਸ ਹਾਲਾਤ ਦੇ ਵਿੱਚ, ਜਿਵੇਂ ਕਹਿੰਦੇ ਨੇ ਡਾਕਟਰ ਮੀਰ ਜੀ ਨੇ ਕਿਹਾ ਹੈਗਾ ਕਿ ਹਰਿਆਣਾ ਦੀਆਂ ਬਾਖੂਬ ਉਹਨਾਂ ਦੀ ਪਾਰਟਿਸਪੇਸ਼ਨ ਹੈਗੀ ਹੈ। ਦੇਖੋ, ਖਾਪ ਜਿਹੜੇ ਸੀਗੇ, ਉਹ ਜਿਹੜੀ ਕੰਜ਼ਰਵੇਟਿਵ ਵਿਊ ਦੇ ਸੀਗੇ, ਉਹ ਐਨਕਰੇਜ ਕਰ ਰਿਹਾ ਬੱਚੀਆਂ ਨੂੰ, ਲੜਕੀਆਂ ਨੂੰ, ਔਰਤਾਂ ਨੂੰ, ਜਿੱਥੇ ਕਿ ਉਹਨਾਂ ਨੂੰ ਬਾਹਰ ਨਿਕਲਣਾ ਵੀ ਉਹਨਾਂ ਦਾ ਬਹੁਤ ਅੱਛਾ ਨਹੀਂ ਸਮਝਿਆ ਜਾਂਦਾ ਸੀਗਾ। ਦੇ ਆਰ ਐਨਕਰੇਜਿੰਗ। ਇਸ ਕਰਕੇ ਜਿਹੜਾ ਇਹ ਬਦਲਾਵ ਆਇਆ ਦੁਨੀਆ ਭਰ ਦੇ ਵਿੱਚ, ਇਹ ਪੰਜਾਬ, ਹਰਿਆਣਾ ਤੇ ਬਾਕੀ ਸਟੇਟਸ ਨਹੀਂ ਹੈਗੀਆਂ ਯੂਪੀ ਦੀਆਂ, ਇਹ ਤਾਂ ਵਰਲਡ ਲੈਵਲ ਤੇ ਸਿੱਧੂ ਸਾਹਿਬ ਦੁਨੀਆ ਭਰ ਦੇ ਮਾਨਸਿਕਤਾ ਦੀ ਚੇਂਜ ਆਈ ਹੈ। ਇਸ ਕਰਕੇ ਇਹ ਜਿਹੜੀ ਅੰਦਰੋਂ ਕੋਈ ਆਵਾਜ਼ ਉੱਠਦੀ ਹੈ, ਉਸ ਨੂੰ ਨਾ ਦਬਾਇਆ ਜਾ ਸਕਦਾ, ਨਾ ਉਸ ਨੂੰ ਭਰਮਾਇਆ ਜਾ ਸਕਦਾ। ਇਹ ਦਬਾਉਣ ਭਰਮਾਉਣ ਦੀ ਸਟੇਜ ਤੋਂ ਅੱਗੇ ਹੈਗੀ ਆ। ਇਸ ਕਰਕੇ ਇਹ ਜਿਹੜੀ ਚੀਜ਼ ਉੱਠੀ ਹੈ, ਇਸ ਨੂੰ ਖਤਮ ਕਰਨਾ ਬਿਨਾਂ ਮੰਗ ਮੰਨੇ ਜਾਂ ਇਹਨਾਂ ਨੂੰ ਫੁਸਲਾ ਲੈਣਾ, ਭਰਮਾ ਦੇਣਾ, ਇੰਪੋਸੀਬਲ। ਦੇ ਆਰ ਕੁਆਇਟ ਕਲੀਅਰ। ਉਹ ਲੇਡੀਜ਼ ਜਿਹੜੀਆਂ ਨੇ ਭਾਸ਼ਣ ਦਿੰਦੀਆਂ ਨੇ, ਉਹਨਾਂ ਨੂੰ ਆਪਣਾ ਏਜੰਡਾ ਬੜਾ ਕਲੀਅਰ ਹੈ। ਉਹਨਾਂ ਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਹੈ ਕਿ ਸਾਡੇ ਨਾਲ ਕੀ ਭਾਣਾ ਵਰਤ ਰਿਹਾ ਹੈ। ਲੱਖ ਉਹਨਾਂ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕਰੋ, ਲੇਕਿਨ ਉਹ ਦੇ ਆਰ ਕ੍ਰਿਸਟਲ ਕਲੀਅਰ। ਜਿਸ ਤਰ੍ਹਾਂ ਦੇਖੋ ਤੁਸੀਂ, ਲੀਡਰਸ਼ਿਪ ਦਾ ਇਸ਼ੂ ਹੈ, ਜਿਹੜੀ ਦਿਸ਼ਾ ਰਵੀ ਲੜਕੀ ਜਿਹੜੀ ਕਲਾਈਮੇਟ ਚੇਂਜ ਐਕਟਿਵਿਸਟ ਹੈਗੀ ਹੈ, ਇਸ ਤਰ੍ਹਾਂ ਨਵਦੀਪ ਕੌਰ ਲੇਬਰ ਦਾ ਜਿਹੜਾ ਐਕਟਿਵਿਸਟ ਹੈਗੀ ਹੈ, ਉਹ ਦੇਖੋ ਲੀਡਰਸ਼ਿਪ ਉੱਪਰ ਕੇ ਅੱਗੇ ਆ ਰਹੀ ਹੈਗੀ ਆ। ਇਸ ਕਰਕੇ ਇਹ ਇੱਕ ਬਹੁਤ ਹੀ ਪੋਜ਼ਿਟਿਵ, ਕੰਸਟਰਕਟਿਵ ਡਾਇਰੈਕਸ਼ਨ ਵਾਲੀ ਇਹ ਜਿਹੜੀ ਹੈਗੀ ਪ੍ਰੋਟੈਸਟ ਹੈਗਾ ਆ। ਇਸ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ। ਇਹਨਾਂ ਨੂੰ ਅਸੀਂ ਸੈਲੂਟ ਕਰਦੇ ਹਾਂ, ਇਹਨਾਂ ਤੇ ਮਾਣ ਮਹਿਸੂਸ ਕਰਦੇ ਹਾਂ ਜੀ। ਥੈਂਕ ਯੂ ਡਾਕਟਰ ਸਾਹਿਬ। ਹੁਣ ਨੈਕਸਟ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਕੌਮਾਂਤਰੀ ਮਹਿਲਾ ਦਿਵਸ ਦੇ ਮੁੱਦੇ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਡਾਕਟਰ ਜੋਤੀ ਸੇਠ, ਬ੍ਰੇਕ ਤੋਂ ਪਹਿਲਾਂ ਜਿੱਦਾਂ ਡਾਕਟਰ ਸਹੋਤਾ ਕਹਿ ਰਹੇ ਸੀ, ਕੀ ਲੱਗਦਾ ਹੈ ਕਿ ਇਸ ਅੰਦੋਲਨ ਦਾ ਕੰਟਰੀਬਿਊਸ਼ਨ ਕਹੀਏ ਜਾਂ ਔਰਤਾਂ ਦੀ ਜਿਹੜੀ ਆਪਣੇ ਲੰਮੇ ਸਮੇਂ ਦੀ ਇੱਕ ਸਟਰਗਲ ਹੈਗੀ ਹੈ, ਉਸ ਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪਿਛਲੇ ਲੰਬੇ ਸਮੇਂ 'ਚ ਜੇ ਆਪਾਂ ਪੰਜਾਬ ਦੀ ਜਾਂ ਕਿਸੇ ਵੀ ਹਿੱਸੇ ਦੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਮਹਿਲਾਵਾਂ ਹੈਗੀਆਂ ਪੇਂਡੂ ਖੇਤਰ ਦੀਆਂ, ਉਹ ਪਹਿਲਾਂ ਪਤੀ ਵੱਲ ਦੇਖਦੀਆਂ, ਉਸ ਤੋਂ ਬਾਅਦ ਬੇਟੇ ਵੱਲ ਦੇਖਦੀਆਂ। ਜਿਹੜੀ ਆਰਥਿਕ ਤੌਰ ਤੇ ਕਦੇ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਹੁੰਦੀ ਆਪਣੀ ਮਰਜ਼ੀ ਮੁਤਾਬਕ ਫੈਸਲੇ ਲੈਣ ਦੀ ਜਾਂ ਭਾਗੀਦਾਰੀ ਦੀ। ਕੀ ਲੱਗਦਾ ਹੈ ਕਿ ਹੁਣ ਸਮੇਂ 'ਚ ਬਦਲਾਵ ਆਏਗਾ ਨਵੀਂ ਪੀੜ੍ਹੀ ਦੇ ਅੰਦਰ? ਔਰਤ ਨੂੰ ਆਪਣੇ ਪਤੀ ਜਾਂ ਬੇਟੇ ਵੱਲ ਉਸ ਰੂਪ 'ਚ ਉਹਨਾਂ ਦੇ ਹੱਥਾਂ ਵਿੱਚ ਦੇਖਣ ਦੀ ਜ਼ਰੂਰਤ ਨਹੀਂ ਪਏਗੀ। ਜੀ ਡਾਕਟਰ ਜੋਤੀ ਸੇਠ, ਤਬਦੀਲੀ ਪੋਸੀਬਲ ਹੈ? ਬਿਲਕੁਲ, ਮੈਨੂੰ ਤਾਂ ਲੱਗਦਾ ਹੈ ਕਿ ਮੈਨੂੰ ਬੜੀ ਉਮੀਦ ਹੈ ਕਿ ਹੁਣ ਜਿਹੜਾ ਸਮਾਜਿਕ ਸੰਰਚਨਾ ਹੈ, ਸਾਡਾ ਸੋਸ਼ਲ ਸਟਰਕਚਰ, ਉਹ ਵੀ ਬਦਲੇਗਾ। ਕਿਉਂਕਿ ਕਈ ਲੈਵਲ ਤੇ ਅਸੀਂ ਦੇਖ ਰਹੇ ਹਾਂ ਕਿ ਕਾਸਟ ਕਲਾਸ ਡਿਵਾਈਡ ਵੀ ਖਤਮ ਹੋ ਰਹੀ ਹੈ, ਤੇ ਨਾਲੇ ਔਰਤਾਂ ਆਪਣੇ ਹੱਕਾਂ ਲਈ ਜਦ ਆਵਾਜ਼ ਉਠਾਉਣਗੀਆਂ ਤੇ
ਉਹ ਜ਼ਰੂਰ ਕਿਤੇ ਨਾ ਕਿਤੇ ਕਾਮਯਾਬ ਹੋ ਜਾਣਗੀਆਂ। ਐਂਡ ਇਹ ਇੱਕ ਪਲੇਟਫਾਰਮ ਮਿਲਿਆ ਹੈ ਸਾਰਿਆਂ ਨੂੰ ਜਿੱਥੇ ਡਿਸਕਸ਼ਨਸ ਹੋ ਰਹੀਆਂ ਹੈ, ਬਹੁਤ ਸਾਰੀ ਜਾਗਰੂਕਤਾ ਇੱਕ ਦੂਸਰੇ ਤੋਂ ਮਿਲ ਰਹੀ ਹੈ, ਤੇ ਜਦ ਉਹ ਜਿੱਦਾਂ ਮੈਂ ਕਿਹਾ ਕਿ ਕਲੈਕਟਿਵ ਸਟਰੈਂਥ ਜਿਹੜੀ ਹੈ ਉਹਦੇ ਨਾਲ ਅਸੀਂ ਸ਼ਾਇਦ ਜੋ ਅਸੀਂ ਨਹੀਂ ਕਰ ਪਾਏ ਇੰਨੀ ਦੇਰ ਉਹ ਹੁਣ ਹੋ ਸਕੇ, ਹੁਣ ਪੋਸੀਬਲ ਹੋਏ ਕਿ ਅਸੀਂ ਆਪਣੇ ਹੱਕਾਂ ਲਈ ਆਪਣੀ ਇਕੁਐਲਿਟੀ ਦੇ ਜਿਹੜੇ ਕਾਨੂੰਨ ਬਣੇ ਹੋਏ ਹੈ ਉਹਨਾਂ ਦੇ ਰਾਹੀਂ ਬਾਕੀ ਘਰ ਤੇ ਬਾਹਰ ਦੋਨੋਂ ਪਬਲਿਕ ਔਰ ਪ੍ਰਾਈਵੇਟ ਸਪੇਸਿਸ ਵਿੱਚ ਅਸੀਂ ਪਾਰਟਨਰਸ਼ਿਪਸ ਮੰਗੀਏ ਜਾਂ ਲਈਏ, ਮੰਗੀਏ ਕਿ ਲਈਏ। ਤੇ ਇਹ ਪਾਰਟਨਰਸ਼ਿਪ ਬਹੁਤ ਇੰਪੋਰਟੈਂਟ ਹੈ, ਰੈਕਗਨਾਈਜ਼ ਕਰਨਾ। ਜਦ ਔਰਤ ਖੁਦ ਰੈਕਗਨਾਈਜ਼ ਕਰੇਗੀ ਤੇ ਉਹਦਾ ਵਜੂਦ ਕੀ ਹੈ, ਉਹਦੀ ਕੰਟਰੀਬਿਊਸ਼ਨ ਕੀ ਹੈ, ਤੇ ਸਮਾਜ ਨੂੰ ਰੈਕਗਨਾਈਜ਼ ਕਰਨਾ ਹੀ ਪਏਗਾ। ਹਲੇ ਤੱਕ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਨਾ ਕਿ ਤੁਸੀਂ ਇਹ ਕਾਬਿਲ ਨਹੀਂ ਹੋ। ਹੁਣ everybody knows ਕਿ ਅਸੀਂ ਕਾਬਿਲ ਹਾਂ, ਸਾਡੇ ਕੋਲ ਕਰੇਜ ਹੈ, ਤੇ ਨਾਲੇ ਕਲੈਕਟਿਵ ਸਟਰੈਂਥ ਦੀ ਬਹੁਤ ਇੰਪੋਰਟੈਂਸ ਹੈ ਇਸ ਮੂਮੈਂਟ ਤੇ। ਡਾਕਟਰ ਸਾਹਿਬ ਇੱਕ ਸਵਾਲ ਜਿਹੜਾ ਜਦੋਂ ਤੁਸੀਂ ਕਹਿ ਦਿੰਦੇ ਕਿ ਅਸੀਂ ਕਾਬਲ ਨਹੀਂ ਹੈ ਜਾਂ ਕੋਈ ਸਮਾਜ ਦੇ ਕਿਸੇ ਵੱਲੋਂ, ਪਿਛਲੇ ਦਿਨਾਂ 'ਚ ਜਦੋਂ ਆਪਾਂ ਦੇਖਿਆ ਕਿ ਸੁਪਰੀਮ ਕੋਰਟ ਵੱਲੋਂ ਇਦਾਂ ਦਾ ਮੈਸੇਜ ਆਇਆ ਕਿ ਹੁਣ ਕਿਸਾਨੀ ਅੰਦੋਲਨ ਜਿਹੜਾ ਕਿ ਲੰਬਾ ਪੈ ਗਿਆ, ਮੁਸ਼ਕਿਲ ਹੈ, ਔਰਤਾਂ ਨੂੰ ਘਰੇ ਚਲਾ ਜਾਣਾ ਚਾਹੀਦਾ ਹੈ। ਇਹ ਪਹਿਲਾ ਮੌਕਾ ਨਹੀਂ, ਇਦਾਂ ਹੀ ਦੁਨੀਆ ਭਰ 'ਚ ਜਦੋਂ ਵੀ ਕਿਤੇ ਅੰਦੋਲਨ ਉੱਠੇ ਹੈ ਔਰਤਾਂ ਦੀ ਭਾਗੀਦਾਰੀ ਹੋਈ ਆ ਉਹਨਾਂ ਅੰਦੋਲਨਾਂ 'ਚ, ਤਾਂ ਹਮੇਸ਼ਾ ਹੀ ਕਿਹਾ ਗਿਆ ਕਿ ਜਦੋਂ ਜ਼ਰੂਰਤ ਨਹੀਂ ਰਹਿੰਦੀ ਤੇ ਔਰਤਾਂ ਨੂੰ ਕਿਹਾ ਜਾਂਦਾ ਕਿ ਘਰਾਂ 'ਚ ਵਾਪਸ ਚਲੀਆਂ ਜਾਓ, ਔਰ ਫਿਰ ਘਰਾਂ 'ਚ ਉਸ ਤਰ੍ਹਾਂ ਦਾ ਹੀ ਬਿਹੇਵ ਕੀਤਾ ਜਾਂਦਾ ਜਿੱਦਾਂ ਆਮ ਤੌਰ ਤੇ ਮਰਦ ਜਿਹੜੇ ਹੈਗੇ ਘਰੇਲੂ ਔਰਤਾਂ ਦੇ ਨਾਲ ਕਰਦੇ ਆ। ਇੱਕ ਉਹ ਬਦਲਾਵ ਦੀ ਵੀ ਜ਼ਰੂਰਤ ਆ ਡਾਕਟਰ ਸਾਹਿਬ। ਬਿਲਕੁਲ ਬਿਲਕੁਲ, ਇਹ ਪਿਤਰੀ ਸਤਾਤਮਕ ਜਿਹੜੀ ਸੋਚ ਹੈ ਉਹਨੂੰ ਕਾਊਂਟਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਔਰਤ ਕਮਜ਼ੋਰ ਨਹੀਂ ਹੈ। ਔਰਤ ਨੂੰ ਘਰ ਕਿਉਂ ਭੇਜਿਆ ਜਾ ਰਿਹਾ ਹੈ ਕਿ ਅੱਛਾ ਉਹ ਕਮਜ਼ੋਰ ਹੈ, ਉਹ ਇੰਨਾ ਠੰਡ ਗਰਮੀ ਨਹੀਂ ਝੇਲ ਸਕਦੀ, ਲੇਕਿਨ ਉਹ ਤਾਂ ਸਭ ਕੁਝ ਕਰਦੀ ਹੈ, ਉਹ ਤਾਂ ਬਹੁਤ ਵੱਡੀ ਆਰਗੇਨਾਈਜ਼ਰ ਹੈ, ਉਹ ਸਭ ਕੁਝ ਜਾਣਦੀ ਹੈ, ਸੋਚਦੀ ਹੈ, ਐਂਡ ਉਸ ਨੂੰ ਸਮੇਟ ਕੇ ਵੀ ਰੱਖਦੀ ਹੈ। ਤੇ ਪਿਤਰੀ ਸਤਾਤਮਕ ਸੋਚ ਜਿਹੜੀ ਹੈ ਉਹਨੂੰ ਕਮਤਰ ਬਣਾਉਂਦੀ ਹੈ, ਉਹ ਕਮਤਰ ਨਹੀਂ ਹੈ। ਐਂਡ ਇਸ ਅੰਦੋਲਨ ਰਾਹੀਂ ਸ਼ਾਇਦ ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਵਿੱਚ ਆ ਗਈਆਂ ਨੇ ਤੇ ਡਿਸਕਸ਼ਨਸ ਹੋ ਰਹੀਆਂ, ਐਂਡ ਆਈ ਐਮ ਵੈਰੀ ਵੈਰੀ ਹੋਪਫੁਲ ਕਿ ਚੇਂਜ ਜ਼ਰੂਰ ਆਏਗੀ। ਓਕੇ, ਥੈਂਕ ਯੂ ਡਾਕਟਰ ਸਾਹਿਬ। ਬਿੰਦੂ ਜੀ, ਜਿਸ ਮੁੱਦੇ ਤੇ ਡਾਕਟਰ ਜੋਤੀ ਸੇਠ ਨੇ ਕਮੈਂਟਸ ਕੀਤੇ ਹੈ, ਮੈਂ ਇੱਕ ਅੰਦੋਲਨ ਨਾਲ ਹੀ ਜੁੜਿਆ ਬਿੰਦੂ ਜੀ ਅਹਿਮ ਸਵਾਲ ਲੈਣਾ ਚਾਹੁੰਦਾ ਹਾਂ, ਕਿਉਂਕਿ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਜਿਹੜੀਆਂ ਮੌਕੇ ਦੀਆਂ ਹਾਕਮ ਧਿਰਾਂ ਹੈ ਉਹਨਾਂ ਨੇ ਬੜੇ ਤਰ੍ਹਾਂ ਦੇ ਲਫ਼ਾਜ਼ ਜਿਹੜੇ ਇਸ ਅੰਦੋਲਨ ਦੇ ਖਿਲਾਫ ਵਰਤੇ। ਮੈਂ ਉਹ ਲਫ਼ਜ਼ ਵਰਤ ਕੇ ਸਮਾਂ ਵੀ ਨਹੀਂ ਗਵਾਉਣਾ ਚਾਹੁੰਦਾ ਤੇ ਮੈਂ ਉਹਨਾਂ ਲਫ਼ਜ਼ਾਂ ਦੇ ਨਾਲ ਸਹਿਮਤ ਵੀ ਨਹੀਂ ਹੈਗਾ ਕਿ ਮੈਂ ਉਹਨਾਂ ਨੂੰ ਇੱਥੇ ਚੇਤੇ ਕਰਾਂ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਮਹਿਲਾਵਾਂ ਦੀ, ਔਰਤਾਂ ਦੀ, ਜਦੋਂ ਹੁਣ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਤੇ ਹਜ਼ਾਰਾਂ ਔਰਤਾਂ ਬਾਰਡਰ ਦੇ ਉੱਤੇ ਬੈਠ ਕੇ ਆਪਣੇ ਨਾਅਰੇ ਆਪਣੇ ਹੱਕਾਂ ਦੇ ਲਈ ਗੁੰਜਾ ਰਹੀਆਂ, ਤਾਂ ਕਿਤੇ ਲੱਗਦਾ ਕਿ ਜਿਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਅੱਜ ਦਾ ਕੌਮਾਂਤਰੀ ਮਹਿਲਾ ਦਿਵਸ ਇਹ ਵੀ ਸੁਨੇਹਾ ਦੇ ਰਿਹਾ ਹੈ ਕਿ ਅੰਦੋਲਨ ਪਵਿੱਤਰ ਹੈ ਜਿਸ ਅੰਦੋਲਨ 'ਚ ਔਰਤਾਂ ਦੀ ਐਡੀ ਵੱਡੀ ਸ਼ਮੂਲੀਅਤ ਹੋਵੇ। ਜੀ ਬਿੰਦੂ ਜੀ, ਕੀ ਜਾਏਗਾ ਇਹ ਸੁਨੇਹਾ? ਬਿਲਕੁਲ ਜਾਏਗਾ ਜੀ। ਜਿਹੜਾ ਹਕੂਮਤਾਂ ਦੇ ਵੱਲੋਂ ਇੱਥੇ ਰਾਜ ਕਰਦੇ ਹਾਕਮਾਂ ਦੇ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਸੀ ਕਿ ਇਹ ਖਾਲਿਸਤਾਨੀ ਹੈ, ਨਕਸਲਵਾੜੀ ਹੈ, ਅਰਬਨ ਨਕਸਲੀ ਹੈ, ਉਹ ਜਿਹੜੇ ਇਲਜ਼ਾਮ ਉਹਨਾਂ ਨੇ ਲਾਏ ਸੀਗੇ ਉਹ ਇਲਜ਼ਾਮ ਉਹਨਾਂ ਦੇ ਸਾਬਤ ਨਹੀਂ ਹੋਏ, ਕਿਉਂਕਿ ਇਹ ਅੰਦੋਲਨ ਦੇ ਵਿੱਚ ਕਿਸਾਨ ਪਰਿਵਾਰਾਂ ਸਮੇਤ ਆਏ ਨੇ, ਔਰਤਾਂ ਆਈਆਂ, ਬੱਚੇ ਆਏ, ਨੌਜਵਾਨ ਆਏ ਆ, ਤੇ ਲੋਕਾਂ ਨੇ ਇਹ ਗੱਲ ਦੱਸੀ ਹੈ ਕਿ ਇਹ ਕਿਸੇ ਇੱਕ ਧਰਮ ਦਾ ਜਾਂ ਕਿਸੇ ਇੱਕ ਧਰਮ ਦਾ ਅੰਦੋਲਨ ਨਹੀਂ ਹੈਗਾ। ਇਹ ਅੰਦੋਲਨ ਹੈ ਜਿਹੜੇ ਭਾਰਤ ਦੇ ਕੁੱਲ ਕਿਰਤੀ ਲੋਕ ਹੈ, ਜਿਹੜੇ ਕਿਰਤ ਨਾਲ ਜੁੜੇ ਹੋਏ ਆ, ਜਿਹੜੇ ਹੱਥੀਂ ਕਿਰਤ ਕਰਦੇ ਆ, ਇਹ ਉਹਨਾਂ ਦਾ ਅੰਦੋਲਨ ਹੈ। ਤੇ ਇਹਦੇ ਵਿੱਚ ਸਾਰੇ ਧਰਮਾਂ ਦੇ, ਜਾਤਾਂ ਦੇ, ਔਰਤਾਂ, ਬੱਚੇ, ਨੌਜਵਾਨ ਸਭ ਸ਼ਾਮਲ ਹੈ। ਤੇ ਔਰਤਾਂ ਦੀ ਸ਼ਮੂਲੀਅਤ ਨੇ ਉਹ ਕਿਸਾਨਾਂ ਤੇ ਇਲਜ਼ਾਮ ਨਹੀਂ ਲੱਗਣ ਦਿੱਤੇ। ਜੇ ਔਰਤਾਂ ਐਡੀ ਵੱਡੀ ਸ਼ਮੂਲੀਅਤ 'ਚ ਨਾ ਆਉਂਦੀਆਂ ਤਾਂ ਇੱਥੋਂ ਦੀਆਂ ਹਾਕਮ ਜਮਾਤਾਂ ਦੇ ਵੱਲੋਂ ਇਹ ਕਿਸਾਨਾਂ ਤੇ ਛੱਪਾ ਲਾਇਆ ਜਾਣਾ ਸੀ। ਇਹ ਇਸ ਕਰਕੇ ਨਹੀਂ ਲਾਇਆ ਗਿਆ ਕਿ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਪੇਂਡੂ ਔਰਤਾਂ ਆਈਆਂ ਨੇ ਜਿਹੜੀਆਂ ਇਹਨਾਂ ਕਾਨੂੰਨਾਂ ਦੇ ਖਿਲਾਫ ਬੀਜੇਪੀ ਦੀ ਹਕੂਮਤ ਦਾ ਉਹ ਮੂੰਹ ਤੋੜ ਜਵਾਬ ਦਿੱਤਾ ਹੈ। ਜਿਵੇਂ ਉਹਨਾਂ ਨੇ ਕਿਹਾ ਸੀ ਸੁਪਰੀਮ ਕੋਰਟ ਤੋਂ ਅਪੀਲ ਕਰਾਈ ਸੀ ਕਿ ਔਰਤਾਂ ਘਰਾਂ ਨੂੰ ਵਾਪਸ ਚਲੀਆਂ ਜਾਣ, ਉਸ ਦਾ ਵੀ ਬਹਾਦਰ ਔਰਤਾਂ ਨੇ, ਹਰਿਆਣਾ, ਰਾਜਸਥਾਨ, ਪੰਜਾਬ ਦੀਆਂ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਉਸ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ, ਕਿਰਤੀ ਲੋਕਾਂ ਦਾ ਅੰਦੋਲਨ ਹੈ,
ਉਹਨਾਂ ਹੀ ਅੰਦੋਲਨ ਇਹ ਔਰਤਾਂ ਦਾ। ਔਰਤਾਂ ਘਰਾਂ ਨੂੰ ਨਹੀਂ ਜਾਣੀਆਂ, ਔਰਤਾਂ ਡਟਣਗੀਆਂ ਤੇ ਉਹ ਡਟੀਆਂ ਨੇ ਤੇ ਸਰਕਾਰ ਤੇ ਸੁਪਰੀਮ ਕੋਰਟ ਨੂੰ ਇਸ ਗੱਲ ਦਾ ਜਵਾਬ ਦਿੱਤਾ ਹੈਗਾ। ਜੀ ਡਾਕਟਰ ਰਣਬੀਰ, ਜਿਸ ਤਰ੍ਹਾਂ ਬਿੰਦੂ ਜੀ ਨੇ ਕਮੈਂਟਸ ਕੀਤੇ ਹੈ, ਮੈਂ ਅੰਦੋਲਨ ਦੇ ਬਾਰੇ ਜਿੱਡੀ ਵੱਡੀ ਪੱਧਰ ਤੇ ਔਰਤਾਂ ਦੀ ਪਾਰਟਿਸਿਪੇਸ਼ਨ ਹੈ, ਅੱਜ ਕੌਮਾਂਤਰੀ ਮਹਿਲਾ ਦਿਵਸ ਦਾ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਕਿੰਨੀ ਵੱਡੀ ਪੱਧਰ ਤੇ ਪਾਰਟਿਸਿਪੇਸ਼ਨ ਹੈ, ਪਰ ਸਮੁੱਚੇ ਅੰਦੋਲਨ 'ਚ ਵੀ, ਇਸ ਲਹਿਰ 'ਚ ਵੀ ਔਰਤਾਂ ਦੀ ਬਹੁਤ ਵੱਡੀ ਪਾਰਟਿਸਿਪੇਸ਼ਨ ਹੈ। ਜਿਹੜੀ ਔਰਤਾਂ ਦੀ ਪਾਰਟਿਸਿਪੇਸ਼ਨ ਹੈ ਉਹ ਕਿਸਾਨ ਅੰਦੋਲਨ ਦਾ ਮਾਹੌਲ ਕਿਸ ਤਰ੍ਹਾਂ ਬਦਲ ਰਹੀ ਹੈ, ਕਿਉਂਕਿ 100 ਦਿਨ ਤੋਂ ਉੱਪਰ ਹੋ ਗਏ ਹੈ। ਬਿੰਦੂ ਜੀ ਸੌਰੀ ਡਾਕਟਰ ਰਣਬੀਰ ਜਰਨਲਿਸਟ ਜਿਹੜਾ ਹੈਗਾ, ਮੈਂ ਇੱਕ ਦਿਨ ਵੀ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਸੁਣੀ ਕਿ ਉੱਥੇ ਕਿਸੇ ਤਰੀਕੇ ਨਾਲ ਕੋਈ ਮੰਦਭਾਗੀ ਏਦਾਂ ਦੀ ਕੋਈ ਘਟਨਾ ਵਾਪਰੀ ਹੋਵੇ। ਇਸ ਤਰ੍ਹਾਂ ਦੀ ਜਿਹੜੀ ਇੱਕ ਸਾਂਝ ਹੈਗੀ ਹੈ ਕਿਸਾਨੀ ਅੰਦੋਲਨ ਦੇ ਨਾਲ ਔਰਤਾਂ ਦੀ, ਜਿਸ ਪਵਿੱਤਰ ਰਿਸ਼ਤੇ ਦੇ ਨਾਲ ਜਿਹੜੀਆਂ ਔਰਤਾਂ ਜੁੜੀਆਂ ਕਿਸਾਨੀ ਅੰਦੋਲਨ ਨਾਲ, ਉਸ ਮਾਹੌਲ ਨੂੰ ਤੁਸੀਂ ਕਿਵੇਂ ਦੱਸੋਗੇ ਦਰਸ਼ਕਾਂ ਦੇ ਲਈ? ਜੀ ਹਾਂ ਸਿੱਧੂ ਜੀ, ਇਸ ਅੰਦੋਲਨ ਨੂੰ ਫੇਲ ਕਰਨ ਲਈ ਜਾਂ ਸੈਬੋਟੇਜ ਕਰਨ ਲਈ ਸਰਕਾਰ ਨੇ ਬਹੁਤ ਚਾਲਾਂ ਚੱਲੀਆਂ ਨੇ। ਉਹ ਚਾਲਿਆਂ ਬੜੇ ਨਾਮ ਦਿੱਤੇ ਗਏ ਨੇ, ਪਰ ਔਰਤਾਂ ਦੀ ਸ਼ਮੂਲੀਅਤ ਨੇ, ਸਾਡੇ ਵੀ ਭਰਾਵਾਂ ਦੀ ਸ਼ਮੂਲੀਅਤ ਨੇ ਉਹਨਾਂ ਸਾਰੀਆਂ ਅਦਾਲਤਾਂ ਨੂੰ, ਐਲੀਗੇਸ਼ਨਸ ਨੂੰ, ਸਭ ਨੂੰ ਫੇਲ ਕੀਤਾ ਹੈ। ਔਰ ਤੁਸੀਂ ਦੇਖੋਗੇ ਕਿ ਇੱਥੇ ਤੁਸੀਂ ਅਗਰ 10-11 ਵਜੇ ਤੱਕ ਵੀ ਫਿਰੋ, ਸਿੰਘੂ ਬਾਰਡਰ 'ਤੇ ਵੀ, ਚਾਹੇ ਤੁਸੀਂ ਟਿੱਕਰੀ ਬਾਰਡਰ ਦੀ ਵੀ ਗੱਲ ਕਰੀਏ, ਤੇ ਵੀ ਕੋਈ ਲੜਕੀ, ਕੋਈ ਔਰਤ ਬਿਲਕੁਲ ਸੇਫ ਹੈ, ਵੀ ਉਹਨੂੰ ਕੋਈ ਖੌਫ ਨਹੀਂ ਹੈ, ਕੋਈ ਵੀ ਗੁੰਮਰਾਹ ਨਹੀਂ ਕਰ ਸਕਦਾ, ਔਰ ਉਹਦੀ ਮੈਂ ਕਹਿੰਦੀ ਹਾਂ ਰਾਖੀ ਕੀਤੀ ਜਾਂਦੀ ਆ, ਉਹਨੂੰ ਉਹਦੇ ਵੀ ਥਾਂ ਪਤੇ 'ਤੇ ਪਹੁੰਚਾਇਆ ਜਾਂਦਾ ਹੈ। ਸੋ ਅੱਜ ਦੇ ਇਸ ਸੰਮੇਲਨ ਹੈ ਜਿਹੜਾ ਅੱਜ ਕੌਮਾਂਤਰੀ ਅਸੀਂ ਮਹਿਲਾ ਦਿਵਸ ਮਨਾਇਆ ਹੈ, ਅੱਜ ਦੋਵੇਂ ਬਾਰਡਰਾਂ, ਬਾਕੀ ਬਾਰਡਰਾਂ ਦੀ ਮੈਨੂੰ ਪਤਾ ਨਹੀਂ, ਸਿੰਘੂ ਬਾਰਡਰ 'ਤੇ ਜਿੱਦਾਂ ਬਿੰਦੂ ਜੀ ਨੇ ਦੱਸਿਆ, ਟਿੱਕਰੀ ਬਾਰਡਰ 'ਤੇ ਇੱਕ ਇਹ ਨਵਾਂ ਸੁਨੇਹਾ ਸਰਕਾਰ ਨੂੰ ਜਾ ਰਿਹਾ ਹੈ ਕਿ ਅਗਰ ਵੀ ਉਹ ਚਾਹੁੰਦੇ ਨੇ ਤੇ ਵੀ ਇਸ ਅੰਦੋਲਨ ਨੂੰ ਉਹ ਫੇਲ ਨਹੀਂ ਕਰ ਸਕਦੇ। ਇਸ ਦੇ ਵਿੱਚ ਔਰਤਾਂ ਦੀ ਪੂਰੀ ਸ਼ਮੂਲੀਅਤ ਹੈ ਔਰ ਪੂਰੀ ਪਾਰਟਿਸਪੇਸ਼ਨ ਹੈ। ਇਹ ਜਦੋਂ ਤੱਕ ਕਾਲੇ ਕਾਨੂੰਨ ਬੰਦ ਨਹੀਂ ਹੁੰਦੇ ਉਹ ਵਾਪਸ ਨਹੀਂ ਜਾਣਗੇ, ਔਰ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਖੜ ਕੇ ਉਹ ਇਹਨੂੰ ਜਿੱਤ ਕੇ ਹੀ ਹਾਸਿਲ ਕਰਕੇ ਆਪਣੀਆਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਜੀ ਡਾਕਟਰ ਸਹੂਤਾ, ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ, ਜਿੱਦਾਂ ਡਾਕਟਰ ਨਵੀਰ ਨੇ ਕਿਹਾ ਕਿ ਪਹਿਲਾਂ ਬਿੰਦੂ ਜੀ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਕਿਸ ਤਰ੍ਹਾਂ ਕਿਸੇ ਨੂੰ ਬਦਨਾਮ ਕਰਨ ਦੇ ਲਈ ਆਪਣੇ ਹੱਥ ਕੰਡੇ ਇਸਤੇਮਾਲ ਕਰਦੀਆਂ ਹੈ। ਇੱਕ ਪੋਲੀਟੀਕਲ ਸਿਸਟਮ 'ਚ ਇਹ ਵੀ ਹੈ ਕਿ ਔਰਤਾਂ ਦੀਆਂ ਵੋਟਾਂ ਲੈਣ ਲਈ ਤਾਂ ਹਮੇਸ਼ਾ ਔਰਤਾਂ ਨੂੰ ਸ਼ਕਤੀਸ਼ਾਲੀ ਤੌਰ ਤੇ ਜਿਹੜਾ ਹੈਗਾ ਕਿਹਾ ਜਾਂਦਾ ਹੈ, ਕਈ ਤਰ੍ਹਾਂ ਦੇ ਸਲੋਗਨ ਵਾਅਦੇ ਕੀਤੇ ਜਾਂਦੇ ਹੈ, ਪਰ ਅਮਲੀ ਤੌਰ ਤੇ ਆਪਾਂ ਦੇਖਦੇ ਹਾਂ ਜੇ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਂਦਾ ਹੈ ਤਾਂ ਉਹਦਾ ਜਿਹੜਾ ਪਤੀ ਹੁੰਦਾ ਹੈ ਉਸ ਨੂੰ ਲੋਕ ਕਹਿੰਦੇ ਆ ਸਰਪੰਚ ਹੈ। ਜੇ ਪਤੀ ਜਿਹੜਾ ਪਿੱਛੇ ਹੋਏਗਾ ਤਾਂ ਬੇਟੇ ਨੂੰ ਕਿਹਾ ਜਾਂਦਾ ਹੈ ਕਿ ਬੇਟਾ ਸਰਪੰਚ ਹੈ, ਜਾਨੀ ਚੁਣੀ ਜਾਂਦੀ ਹੈ ਔਰਤ ਸਰਪੰਚ ਦੇ ਨਾਮ ਬੋਲਦਾ ਉਸਦੇ ਹਸਬੈਂਡ ਦਾ ਜਾਂ ਉਹਦੇ ਬੇਟੇ ਦਾ। ਕਈ ਵਾਰੀ ਸਰਕਾਰੀ ਮੀਟਿੰਗਾਂ ਤੱਕ ਚਲੇ ਜਾਂਦੇ ਆ ਲੋਕ ਜਾ ਕੇ ਕਿ ਵੀ ਮੈਂ ਹੀ ਨੁਮਾਇੰਦਾ, ਉਹਨਾਂ ਨੂੰ ਮੀਟਿੰਗਾਂ 'ਚ ਉੱਠਣਾ ਵੀ ਪੈਂਦਾ ਹੈ। ਇਹ ਜਿਹੜੀ ਡਾਕਟਰ ਸਹੂਤਾ ਇਸ ਤਰ੍ਹਾਂ ਦੀ ਜਿਹੜੀ ਰਾਜਸੀ ਧਿਰਾਂ ਵੱਲੋਂ ਸਿਰਫ ਵੋਟਾਂ ਦੀ ਰਾਜਨੀਤੀ ਦੀ ਖਾਤਰ ਹੀ ਜਿਹੜਾ ਹੈਗਾ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦੀ ਹੈ, ਇਸ ਤਰ੍ਹਾਂ ਦੇ ਕਿਸਾਨ ਅੰਦੋਲਨ ਨਾਲ ਲੱਗਦਾ ਹੈ ਕਿ ਹੁਣ ਵਾਕਈ ਜ਼ਮੀਨੀ ਹਕੀਕਤਾਂ 'ਚ ਵੀ ਬਦਲਾਅ ਨਜ਼ਰ ਆਏਗਾ ਕਿਧਰੇ? ਬਿਲਕੁਲ ਜੀ ਬਿਲਕੁਲ, ਤੁਸੀਂ ਵੋਟਾਂ ਦੀ ਗੱਲ ਕੀਤੀ ਹੈ। ਹਮੇਸ਼ਾ ਤੁਸੀਂ ਡਾਟਾ ਦੇਖ ਲਓ ਕਿ ਵਿਮਨ ਜਿਹੜੀਆਂ ਨੇ ਹਮੇਸ਼ਾ ਮੈਨ ਨੂੰ ਆਊਟ ਨੰਬਰ ਕਰਦੀਆਂ ਨੇ। ਹਾਲ ਹੀ ਪਾਸਟ ਵਿੱਚ ਜਿਹੜੀ ਬਿਹਾਰ ਦੀ 2020 ਚੋਣ ਹੋਈ ਹੈ, ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਪੈਟਰਨ ਰਿਹਾ ਕਿ ਉਹਨਾਂ ਨੇ ਪ੍ਰੋਹਿਬਿਸ਼ਨ ਤੇ ਵੋਟ ਮੰਗੀ ਹੈ। ਪ੍ਰੋਹਿਬਿਸ਼ਨ ਤੇ ਵੱਡੀ ਨੰਬਰ ਤੇ ਔਰਤਾਂ ਕਿਉਂ ਅੱਗੇ ਆਈਆਂ ਨੇ ਸਿੱਧੂ ਸਾਹਿਬ? ਕਿਉਂਕਿ ਉਹਦੇ ਨਾਲ ਜਿਹੜਾ ਘਰਾਂ ਦਾ ਵਾਇਲੈਂਸ ਸੀਗਾ, ਡੋਮੈਸਟਿਕ ਵਾਇਲੈਂਸ, ਔਰ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣੀਆਂ, ਇਕਨੋਮਿਕਲੀ ਪਰਿਵਾਰਾਂ ਦਾ ਕਮਜ਼ੋਰ ਹੋਣਾ, ਉਹ ਇੱਕ ਬਹੁਤ ਵੱਡਾ ਮੁੱਦਾ ਸੀ। ਅਗਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਪ੍ਰੋਹਿਬਿਸ਼ਨ ਕਰਾਂਗੇ, ਅਸੀਂ ਕੋਈ ਵੀ ਇਸ ਤਰ੍ਹਾਂ ਦਾ ਅਬਿਊਜ਼ ਨਹੀਂ ਹੋਣ ਦਿਆਂਗੇ, ਤਾਂ ਔਰਤਾਂ ਨੇ ਵੱਡੀ ਗਿਣਤੀ 'ਚ ਉਹਨਾਂ ਦਾ ਸਾਥ ਦਿੱਤਾ। ਇਹਦਾ ਇਹ ਇੱਕ ਸੰਕੇਤ ਜਾਂਦਾ ਹੈਗਾ ਕਿ ਅੱਜ ਔਰਤਾਂ ਕੇਵਲ ਆਪਣੇ ਮੁੱਦਿਆਂ ਦੇ ਤੱਕ ਹੀ ਸੀਮਿਤ ਨਹੀਂ ਹੈਗੀਆਂ। ਪਹਿਲਾਂ ਪਾਸਟ ਵਿੱਚ ਕਦੇ ਵੋਟ ਵਾਸਤੇ ਸੰਘਰਸ਼ ਕੀਤਾ ਮੁਲਕਾਂ ਦੇ ਵਿੱਚ, ਕਦੇ ਉਹਨਾਂ ਨੇ ਉਜਰਤ ਵਾਸਤੇ ਕੀਤਾ, ਕਦੇ ਵਰਕਿੰਗ ਆਵਰਸ ਵਾਸਤੇ ਕੀਤਾ, ਤੇ ਕਦੇ ਸੋਸ਼ਲ ਵਾਸਤੇ ਕੀਤਾ। ਲੇਕਿਨ ਅੱਜ ਸਾਨੂੰ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਔਰਤਾਂ ਵੱਡੇ ਪੱਧਰ ਤੇ ਵੱਡਿਆਂ ਮੁੱਦਿਆਂ ਨੂੰ ਲੈ ਕੇ ਜਿਹੜਾ ਸਮਾਜ ਦੇ ਜਿਹੜਾ ਵੱਡੇ ਪੱਧਰ ਤੇ ਜਿਹੜੇ ਮੁੱਦੇ ਨੇ, ਜਿਹੜੇ ਸਮਾਜ ਦੇ ਇਫੈਕਟ ਕਰਦੇ ਨੇ ਉਹਨਾਂ ਦੀ ਇਕਨੋਮੀ ਨੂੰ, ਉਹਨਾਂ ਦੀ ਵੈਲਬੀਂਗ ਨੂੰ, ਉਹਦੇ ਤੇ ਅੱਗੇ ਨਿਕਲੀਆਂ ਨੇ।
ਦੂਸਰਾ ਜਿਹੜਾ ਹੁਣੇ ਤੁਸੀਂ ਗੱਲ ਕੀਤੀ ਸੀਗੀ ਕਿ ਉੱਥੇ ਦੇਖੋ ਕਿੱਡਾ ਸਿਆਲ ਪਰ ਸਿਆਲ ਔਰਤਾਂ ਨੇ ਕੱਟਿਆ ਔਰ ਬਿਲਕੁਲ ਓਪਨ ਦੇ ਵਿੱਚ ਰਹਿ ਕੇ ਕੱਟਿਆ, ਕਿਸੇ ਨੂੰ ਕੋਈ ਦੁਸ਼ਵਾਰੀ ਨਹੀਂ ਹੋਈ, ਕਿਸੇ ਨੂੰ ਕੋਈ ਤੁਸੀਂ ਇੱਕ ਜਰਾ ਜਿੰਨੀ ਵੀ ਆਂਚ ਨਹੀਂ ਆਉਣ ਦਿੱਤੀ। ਜਿਸ ਤਰ੍ਹਾਂ ਡਾਕਟਰ ਰਣਵੀਰ ਕੌਰ ਕਹਿ ਰਹੇ ਨੇ ਕਿ ਉਹੀ ਬੱਚੇ ਉਹੀ ਰਾਖੀ ਕਰਦੇ ਨੇ, ਵੈਲਬੀਇੰਗ ਦੇਖਦੇ ਨੇ, ਧਿਆਨ ਕਰਦੇ ਨੇ, ਮੇਰੇ ਸਵੇਰੇ ਉਸ ਚੀਜ਼ ਦਾ ਹਿਫਾਜ਼ਤ ਕਰਦੇ ਨੇ। ਉੱਥੇ ਕੋਈ ਸਰਕਾਰੀ ਕੋਈ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਛਤਰ ਛਾਇਆ ਨਹੀਂ ਹੈਗੀ। ਲੋਕ ਆਪਣੇ ਤੌਰ ਤੇ ਆਪਣੇ ਜ਼ਿੰਮੇਵਾਰੀ ਸਮਝ ਕੇ ਉਸ ਤੇ ਇਹ ਨਿਭਾ ਰਹੇ ਨੇ। ਜੀ ਡਾਕਟਰ ਸੋਤਾ ਇੱਕ ਸਵਾਲ ਲੈਣਾ ਚਾਹੁੰਦਾ, ਤੁਹਾਡਾ ਐਜੂਕੇਸ਼ਨ ਲਾਈਨ ਦਾ ਬੜਾ ਐਕਸਪੀਰੀਅੰਸ ਹੈ ਡਾਕਟਰ ਰਣਵੀਰ, ਤੁਸੀਂ ਬੱਚਿਆਂ ਨੂੰ ਪਤਾ ਨਹੀਂ ਕਿੰਨੇ ਬੱਚੇ ਤੁਹਾਡੇ ਹੱਥਾਂ ਦੀ ਨਿਕਲ ਕੇ ਗਏ ਹੋਣਗੇ ਕਿ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਦੇ ਅੰਦਰ। ਜਦੋਂ ਹੁਣ ਤੁਸੀਂ ਗੱਲ ਕਰ ਰਹੇ ਹੋ ਵੀ ਕਿਸ ਤਰੀਕੇ ਨਾਲ ਸਤਿਕਾਰ ਹੈ ਬਾਰਡਰਾਂ ਦੇ ਉੱਤੇ ਔਰਤਾਂ ਦਾ ਕਿਸਾਨੀ ਅੰਦੋਲਨ ਦੇ ਚੱਲਦਿਆਂ, ਮੈਂ ਸਵਾਲ ਦਰਸ਼ਕਾਂ ਲਈ ਲੈਣਾ ਚਾਹੁੰਦਾ। ਜਦੋਂ 10-11 ਵਜੇ ਦੀ ਗੱਲ ਡਾਕਟਰ ਰਣਵੀਰ ਜਿਹੜੇ ਕਰ ਰਹੇ ਸੀ ਤਾਂ ਮੇਰੇ ਧਿਆਨ 'ਚ ਇਹ ਗੱਲ ਆ ਰਹੀ ਸੀ, ਤੁਸੀਂ ਮੋਹਾਲੀ 'ਚ ਬੈਠੇ ਹੋ, ਚੰਡੀਗੜ੍ਹ ਦੇ ਨਾਲ ਹੈ, ਇਸ ਤਰ੍ਹਾਂ ਦੀ ਸੁਰੱਖਿਆ ਜੇ ਇਸ ਤਰ੍ਹਾਂ ਦੀ ਸੁਰੱਖਿਆ ਤਾਂ ਜਿਹੜੀ ਹੈਗੀ ਸ਼ਾਇਦ ਮੋਹਾਲੀ ਤੇ ਚੰਡੀਗੜ੍ਹ ਵੀ ਨਜ਼ਰ ਨਹੀਂ ਆਏਗੀ ਜਿਹੜੀ ਡਾਕਟਰ ਰਣਵੀਰ ਨੇ ਗੱਲ ਕੀਤੀ ਹੈ। ਦੇਖੋ ਜੀ, ਜਦੋਂ ਸਮਾਜ ਜਾਗ ਜਾਂਦਾ, ਜਦੋਂ ਆਤਮਾ ਜਾਗ ਜਾਂਦੀ ਹੈ, ਉਦੋਂ ਗੁਰੂ ਮਹਾਰਾਜ ਤੇ ਛਤਰ ਛਾਇਆ ਕਰ ਲੈਂਦੇ ਨੇ। ਠੀਕ ਹੈ ਜੀ, ਗੁਰੂ ਮਹਾਰਾਜ ਨੇ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ, ਉਹਨਾਂ ਨੇ ਇਸ ਨੂੰ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ, ਜੋ ਸਾਨੂੰ ਸੰਦੇਸ਼ ਦਿੱਤਾ ਸੀ, ਜੋ ਸਾਡਾ ਅਕੀਦਾ, ਜੋ ਸਾਡਾ ਵਿਰਸਾ ਹੈ, ਉਹ ਤੁਹਾਨੂੰ ਬਿਲਕੁਲ ਬਾਰਡਰਾਂ ਤੇ ਨਜ਼ਰ ਆਉਂਦਾ ਹੈ। ਮੈਂ ਤਾਂ ਕਹਿੰਦੀ ਹਾਂ ਕਿ ਇਹੋ ਜਿਹਾ ਵਰਤਾਰਾ ਦੇਖ ਕੇ ਅੱਜ ਜਿਹੜੀਆਂ ਇੰਟਰਨੈਸ਼ਨਲ ਮੈਗਜ਼ੀਨ ਨੇ ਉਹਨਾਂ ਦੇ ਕਵਰ ਤੇ ਇਹਨਾਂ ਔਰਤਾਂ ਦੀਆਂ ਫੋਟੋਆਂ ਛਪ ਰਹੀਆਂ ਨੇ ਕਿ ਦੇਖੋ ਬਹਾਦਰ ਬੀਬੀਆਂ, ਦੇਖੋ ਕੈਸਾ ਵਰਤਾਰਾ ਵਰਤਿਆ ਹੈਗਾ ਕਿ ਔਰਤਾਂ ਆਪਣੇ ਤੌਰ ਤੇ ਉਹ ਸਭ ਜ਼ਿੰਦਗੀ ਦਾ ਨਿਰਵਾਹੀ ਨੇ ਕਰ ਰਹੀਆਂ, ਲੇਕਿਨ ਬਾਕੀਆਂ ਨੂੰ ਅਸਿਸਟ ਕਰ ਰਹੀਆਂ ਨੇ, ਉਹ ਲੰਗਰ ਪਕਾ ਰਹੀਆਂ ਨੇ, ਉਹ ਰਾਖੀ ਕਰ ਰਹੀਆਂ ਨੇ, ਉਹ ਦੁਖੀ ਦੀ ਸਹਾਇਤਾ ਕਰ ਰਹੀਆਂ ਨੇ, ਉਹ ਦਵਾਈ ਬੂਟੀ ਦਾ ਇੰਤਜ਼ਾਮ ਕਰ ਰਹੀਆਂ। ਮਤਲਬ ਕਿ ਇੱਕ ਪਰਿਵਾਰਕ ਮਾਹੌਲ, ਭਾਈਚਾਰੇ ਦਾ ਸਟਰੋਂਗ ਬੌਂਡ ਜਿਹੜਾ ਹੈਗਾ ਤੁਹਾਨੂੰ ਬਾਰਡਰ ਤੇ ਨਜ਼ਰ ਆਉਂਦਾ। ਉੱਥੇ ਨਜ਼ਰ ਆਉਂਦਾ ਮਨੁੱਖਤਾ ਦਾ ਪਸਾਰਾ, ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਿਹੜੀ ਆ ਆਦਮੀ ਨੂੰ ਇੱਕ ਅੱਛਾ ਹਿਊਮਨ ਵੀ ਬਣਨਾ ਚਾਹੁੰਦਾ, ਤੁਹਾਨੂੰ ਉੱਥੇ ਜਨ ਜਨ ਦੇ ਵਿੱਚ ਸਿੱਧੂ ਸਾਹਿਬ ਇੱਕ ਅੱਛਾ ਹਿਊਮਨ ਬੀਇੰਗ, ਅੱਛੇ ਹਿਰਦੇ ਦਾ ਮਾਲਕ, ਰਿਚ ਵਿਰਸੇ ਦਾ ਮਾਲਕ, ਜਿਸਨੇ ਗੁਰੂ ਸਾਹਿਬ ਦੀ ਜਿਹੜੀ ਛਤਰ ਛਾਇਆ ਪ੍ਰਾਪਤ ਕੀਤੀ ਹੈ, ਤੁਹਾਨੂੰ ਉਸ ਤਰ੍ਹਾਂ ਦਾ ਵਰਤਾਰਾ ਨਜ਼ਰ ਆਉਂਦਾ ਹੈ। ਇਹਦੇ ਕਰਕੇ ਜਿਹੜੇ ਸਰਕਾਰ ਉਹਨਾਂ ਦਾ ਵੀ ਦਿਮਾਗ ਫੇਲ ਹੋਇਆ ਹੈ ਕਿ ਐਸਾ ਸੋਚਿਆ ਸੀ ਠੰਡ ਪੈਣੀ ਹੈ, ਗਰਮੀ ਪੈਣੀ ਹੈ, ਮੀਂਹ ਪੈਣਾ, ਖਦੇੜ ਦਿਆਂਗੇ, ਲੇਕਿਨ ਉਹ ਤਾਂ ਇਹਨਾਂ ਅਕਾਲ ਪੁਰਖ ਨੇ ਮਿਹਰ ਕੀਤੀ ਹੈ ਕਿ ਖਦੇੜਨਾ ਤਾਂ ਇੱਕ ਪਾਸੇ, ਉਹ ਕਹਿੰਦੇ ਕਿ ਇੱਥੋਂ ਹਿਲ ਕੇ ਨਹੀਂ ਜਾਵਾਂਗੇ। ਜੋ ਸਾਡੀ ਮੰਗ ਹੈ, ਜੋ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ, ਜੋ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ, ਜਦ ਤੱਕ ਉਹ ਦੂਰ ਨਹੀਂ ਹੁੰਦਾ ਅਸੀਂ ਨਹੀਂ ਹਿੱਲਾਂਗੇ। ਆਉਣ ਵਾਲੀਆਂ ਪੀੜ੍ਹੀਆਂ ਇਸ ਤੇ ਰਿਸਰਚ ਕਰਿਆ ਕਰਨਗੀਆਂ, ਆਉਣ ਵਾਲੀਆਂ ਪੀੜ੍ਹੀਆਂ ਉਸ ਸਥਾਨ ਤੇ ਜਾ ਕੇ ਨਤਮਸਤਕ ਹੋਇਆ ਕਰਨਗੀਆਂ ਜਿੱਥੇ ਇੰਨੇ ਲੋਕ ਸ਼ਹੀਦ ਹੋਏ ਨੇ। ਇਹ ਕੋਈ ਛੋਟੀ ਗੱਲ ਨਹੀਂ, ਇਹ ਦੁਨੀਆ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਲਿਖਿਆ ਜਾ ਰਿਹਾ, ਜਿਹਦੇ ਵਿੱਚ ਅੱਜ ਜਿਹੜਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਉਹ ਇੱਕ ਹੋਰ ਇੱਕ ਜੁੜ ਗਿਆ ਉਹਦੇ ਵਿੱਚ ਕਿ ਕਿਸ ਤਰ੍ਹਾਂ ਮਹਿਲਾਵਾਂ ਨੇ ਆਪਣੇ ਤੌਰ ਤੇ ਲੀਡਰਸ਼ਿਪ ਜਿਹੜੀ ਹੈ, ਜਿਹੜੀ UN ਦਾ ਗਲੋਬਲ ਟੀਮ ਹੈਗਾ ਵਿਮਨ ਇਨ ਲੀਡਰਸ਼ਿਪ, they have proved ਬਿਲਕੁਲ ਅੱਛੀ ਤਰ੍ਹਾਂ ਦੇ ਉਹਨਾਂ ਨੇ ਸਾਬਤ ਕਰਤਾ ਕਿ women are good leaders। ਥੈਂਕ ਯੂ ਬਿੰਦੂ ਜੀ। ਮੈਂ ਵਿਮਨ ਲੀਡਰਸ਼ਿਪ ਤੇ ਜਿਹੜਾ ਕੁਐਸਚਨ ਡਾਕਟਰ ਸੋਤਾ ਨੇ ਛੱਡ ਕੇ ਜਾ ਰਹੇ ਇਸ ਇਸ਼ੂ ਦੇ ਉੱਤੇ, ਕੀ ਲੱਗਦਾ ਕਿ ਕਿਸਾਨ ਅੰਦੋਲਨ 'ਚ ਜਿਸ ਵੱਡੀ ਪੱਧਰ ਤੇ ਖਾਸ ਤੌਰ ਤੇ ਆਪਾਂ ਹੁਣ ਗੱਲ ਕਰ ਰਹੇ ਹਾਂ ਪੇਂਡੂ ਮਹਿਲਾਵਾਂ ਦੀ, ਚਾਹੇ ਉਹ ਕਿਸਾਨ ਖੇਤਰ ਨਾਲ ਜੁੜੀਆਂ ਵੀ ਹੈ, ਚਾਹੇ ਇਸ ਖੇਤ ਮਜ਼ਦੂਰਾਂ ਦੇ ਨਾਲ ਜੁੜੀਆਂ ਵੀ ਹੈ, ਇੱਕ ਨਵੀਂ ਜਿਹੜੀ ਹੈਗੀ ਸਟਰੋਂਗ ਲੀਡਰਸ਼ਿਪ ਜਿਹੜੀ ਹੈਗੀ ਆ ਔਰਤਾਂ ਦੇ ਵਿੱਚੋਂ ਪੇਂਡੂ ਖੇਤਰ ਤੋਂ ਸਾਹਮਣੇ ਆਏਗੀ ਅਗਲੇ ਦਿਨਾਂ 'ਚ। ਹੁਣ ਉਹ ਗੱਲ ਐਕਸੈਪਟ ਨਹੀਂ ਕਰਨਗੀਆਂ ਕਿ ਸਰਪੰਚ ਤਾਂ ਆਪ ਹੋਵੇ ਪਰ ਉਹਦੀ ਜਾ ਕੇ ਜਗ੍ਹਾ ਦੇ ਉੱਤੇ ਉਹਦਾ ਪਤੀ ਬੈਠੇਗਾ ਜਾਂ ਉਹਦਾ ਬੇਟਾ ਬੈਠੇਗਾ। ਸਮਾਜਿਕ ਤੇ ਆਰਥਿਕ ਖੇਤਰ 'ਚ ਇੱਕ ਨਵੀਂ ਤਬਦੀਲੀ ਦੇ ਲਈ ਪੇਂਡੂ ਖੇਤਰ 'ਚੋਂ ਵੀ ਜਿਹੜੀ ਲੀਡਰਸ਼ਿਪ ਹੈ ਮਹਿਲਾਵਾਂ ਦੀ ਉੱਭਰ ਕੇ ਆਉਣ ਦੀ ਉਮੀਦ ਲੱਗਦੀ ਹੈ। ਇਸ ਅੰਦੋਲਨ ਦੀ ਇਹ ਵੀ ਕੰਟਰੀਬਿਊਸ਼ਨ ਨਜ਼ਰ ਆ ਰਹੀ ਹੈ ਬਿੰਦੂ ਜੀ। ਬਿਲਕੁਲ ਬਿਲਕੁਲ ਸਰ ਜੀ, ਜਿਹੜੀ ਇਹ ਜਿਵੇਂ ਕਿ ਪੇਂਡੂ ਲੀਡਰਸ਼ਿਪ ਹੈ, ਜਦੋਂ ਖੇਤ ਮਜ਼ਦੂਰ ਔਰਤਾਂ ਨੇ ਤੇ ਉਹ ਕਿਸਾਨੀ ਨਾਲ ਸੰਬੰਧਿਤ ਔਰਤਾਂ ਨੇ, ਉਹਨਾਂ ਤੋਂ ਨਵੀਂ ਲੀਡਰਸ਼ਿਪ ਹੈ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ। ਜਿਹੜੀਆਂ ਪੇਂਡੂ ਔਰਤਾਂ ਨੇ ਉਹ ਲੀਡਰ ਬਣ ਰਹੀਆਂ ਨੇ,
ਅਗਵਾਈ ਕਰ ਰਹੀਆਂ ਨੇ, ਪੂਰਾ ਕੰਮ ਸੰਭਾਲ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਔਰਤਾਂ ਖੇਤ ਮਜ਼ਦੂਰ ਪਿੰਡ ਕਿਸਾਨ ਔਰਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਪੱਧਰ ਤੇ ਮਰਦਾਂ ਵਾਂਗ ਜਾਣੀ ਕਿ ਇਹ ਜਿਹੜੀ ਮਾਸ ਮੂਵਮੈਂਟ ਹੈਗੀ ਹੈ ਇਹਦੇ ਵਿੱਚ ਨਵੀਆਂ ਬੁਲੰਦੀਆਂ ਛੂਹਣਗੀਆਂ ਤੇ ਛੂਹ ਵੀ ਰਹੀਆਂ ਨੇ, ਤੇ ਵੱਡੀ ਪੱਧਰ ਤੇ ਔਰਤਾਂ ਇਸ ਲੀਡਰ ਬਣ ਰਹੀਆਂ ਨੇ ਤੇ ਅਗਵਾਈ ਕਰ ਰਹੀਆਂ ਨੇ ਕਿ ਇਹ ਇੱਕ ਚੰਗਾ ਜਾਣੀ ਕਿ ਸੁਨੇਹਾ ਹੈਗਾ ਤੇ ਇਤਿਹਾਸਕ ਵਰਤਾਰਾ ਹੈਗਾ ਕਿ ਜਿਹੜੀਆਂ ਔਰਤਾਂ ਨੂੰ ਦਬਾਇਆ ਹੋਇਆ ਸੀਗਾ, ਉਹ ਜਿੰਨਾ ਉਹ ਗੁਲਾਮੀ ਦੇ ਥੱਲੇ ਸੀ ਓਨਾ ਹੀ ਉਹ ਹੁਣ ਉੱਠ ਕੇ ਬਾਹਰ ਆ ਰਹੀਆਂ ਨੂੰ ਅਹਿਸਾਸ ਹੋ ਰਿਹਾ ਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੱਧ ਰਿਹਾ ਕਿ ਅਸੀਂ ਸਾਰਾ ਕੁਝ ਕਰ ਸਕਦੀਆਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੇਂਡੂ ਸਰਪੰਚ ਆਦਮੀ ਬਣਦਾ ਹੈ, ਔਰਤ ਬਣਦੀ ਹੈ, ਪਰ ਉਹ ਪੁੱਗਦੀ ਮਰਦ ਦੀ ਹੁੰਦੀ ਹੈ। ਤੇ ਇਹ ਇੱਥੇ ਪ੍ਰਧਾਨ ਮੰਤਰੀ ਤੱਕ ਔਰਤਾਂ ਬਣ ਗਈਆਂ, ਪਰ ਉਹ ਪੁੱਗੀ ਮਰਦਾਂ ਦੀ ਹੈਗੀ ਹੈ, ਨਾ ਦੀਆਂ ਔਰਤਾਂ ਨੇ। ਤੇ ਇਸੇ ਕਰਕੇ ਜਿਹੜਾ ਅਸਲ ਔਰਤ ਦਾ ਰੋਲ ਹੈ ਉਹ ਸਾਹਮਣੇ ਆਵੇ, ਜੋ ਔਰਤ ਕਰਦੀ ਹੈ ਉਹ ਸਾਹਮਣੇ ਆਵੇ। ਉਸ ਵਾਸਤੇ ਜਾਣੀ ਕਿ ਇਹ ਜਿਹੜੀ ਲੜਾਈ ਹੈ ਉਹਦੇ ਵਿੱਚ ਔਰਤ ਆਪਦਾ ਜਿਹੜਾ ਥਾਂ ਉਹ ਬਣਾ ਰਹੀ ਹੈ। ਜਿਵੇਂ ਇਸ ਅੰਦੋਲਨ ਦੇ ਵਿੱਚ ਵੀ ਜਿਹੜੀਆਂ ਔਰਤਾਂ ਘਰਾਂ ਦੇ ਕੰਮਕਾਜ ਕਰਦੀਆਂ ਸੀ ਉਹਨਾਂ ਨੂੰ ਵਿਹਲੜ ਕਿਹਾ ਜਾਂਦਾ ਸੀ, ਨਿਕੰਮੀਆਂ ਕਿਹਾ ਜਾਂਦਾ ਸੀ, ਪਰ ਜਦੋਂ ਖੇਤੀ ਕਾਨੂੰਨਾਂ ਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਹੈ, ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇਤਿਹਾਸ ਰਚਿਆ ਹੈਗਾ ਕਿ ਔਰਤਾਂ ਕਿੱਡੀ ਵੱਡੀ ਗਿਣਤੀ ਦੇ ਵਿੱਚ ਆਈਆਂ ਤੇ ਉਹਨਾਂ ਨੇ ਥਾਂ ਬਣਾਈ ਹੈ। ਪੂਰੇ ਮੁਲਕ ਦੇ ਵਿੱਚ ਉਹਨਾਂ ਨੂੰ ਸਪੋਰਟ ਮਿਲੀ ਹੈ। ਅੱਜ ਵੱਡੇ ਵੱਡੇ ਰਸਾਲਿਆਂ ਦੇ ਵਿੱਚ ਜੇ ਔਰਤਾਂ ਦੀਆਂ ਫੋਟੋਆਂ ਲੱਗ ਰਹੀਆਂ ਤਾਂ ਉਹਨਾਂ ਨੇ ਸਾਰਾ ਕੁਝ ਝੱਲ ਕੇ ਸਿਦਕ ਨਾਲ, ਸਬਰ ਨਾਲ, ਤਹੱਮਲ ਨਾਲ ਆਪਦੀ ਪਰਖ ਕੀਤੀ ਹੈ ਤੇ ਆਪਦੀ ਥਾਂ ਬਣਾਈ ਹੈਗੀ ਆ। ਜੀ ਡਾਕਟਰ ਰਣਵੀਰ, ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਡਿਪਾਰਟਮੈਂਟ 'ਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਈਆਂ। ਲੀਡਰਸ਼ਿਪ ਦੇ ਸਵਾਲ ਬਹੁਤ ਮੌਕਿਆਂ ਤੇ ਉੱਠਦੇ ਰਹਿੰਦੇ ਆ ਸੈਮੀਨਾਰਾਂ ਦੇ ਵਿੱਚ ਵੀ, ਪਰ ਹੁਣ ਆਪਾਂ ਜ਼ਮੀਨੀ ਹਕੀਕਤਾਂ ਤੇ ਗੱਲ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਦੀ ਪਾਰਟਿਸਿਪੇਸ਼ਨ, ਤੁਸੀਂ ਆਪ ਵੀ ਲੰਬੇ ਸਮੇਂ ਤੋਂ ਸਿੰਘੂ ਬਾਰਡਰ ਤੇ ਬੈਠੇ ਹੋ, ਜਿਸ ਤਰ੍ਹਾਂ ਦੀ ਪਾਰਟਿਸਿਪੇਸ਼ਨ ਮਹਿਲਾਵਾਂ ਦੀ ਹੋ ਰਹੀ ਹੈ ਇਸ ਕਿਸਾਨ ਅੰਦੋਲਨ 'ਚ, ਲੱਗਦਾ ਹੈ ਸਾਡੇ ਸਮਾਜ ਦੇ ਲਈ ਕਿ ਵੀ ਬੜੀ ਅਸਾਰੂ ਭੂਮਿਕਾ ਹੋਏਗੀ, ਇੱਕ ਅੱਛੀ ਖਾਸੀ ਚੰਗੀ ਜਿਹੜੀ ਹੈ ਲੀਡਰਸ਼ਿਪ ਹੈ ਆਏਗੀ ਸਾਡੀ। ਜੀ ਸਿੱਧੂ ਸਾਹਿਬ, ਇਸ ਅੰਦੋਲਨ ਦੀ ਬਹੁਤ ਵੱਡੀ ਦੇਣ ਹੈ ਕਿ ਜਿਹੜੀਆਂ ਕਿ ਸਪੈਸ਼ਲੀ ਪੇਂਡੂ ਮਜ਼ਦੂਰ ਕਿਸਾਨੀ ਔਰਤਾਂ ਹੈ ਉਹਨਾਂ ਨੂੰ ਅੱਗੇ ਆਉਣ ਦੀ, ਉਹਨਾਂ ਦੇ ਵਿੱਚ ਜਾਗਰਤੀ ਆਉਣ ਦੇ ਲਈ। ਤਾਂ ਤੁਸੀਂ ਸ਼ਾਮ ਨੂੰ ਵੀ ਜਦੋਂ ਵੀ ਮੈਂ ਚੰਡੀਗੜ੍ਹ ਦੇ ਵਿੱਚ ਹੁੰਦੀ ਹਾਂ, ਮੈਂ ਮਟਕਾ ਚੌਂਕ 'ਤੇ ਜਾਂਦੀ ਹਾਂ, ਉੱਥੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਲੋਕਾਂ ਦੀਆਂ ਲੇਡੀਜ਼ ਆਉਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਆਰਗੇਨਾਈਜ਼ ਕਰ ਰਹੀ ਹੈ ਔਰ ਉਹਨਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰੀਏ। ਸੋ ਇਸ ਅੰਦੋਲਨ ਦੀ ਬਹੁਤ ਵੱਡੀ ਦੇਣ ਹੈ ਕਿ ਇਹ ਲੀਡਰਸ਼ਿਪ ਔਰ ਸਪੈਸ਼ਲੀ ਪੇਂਡੂ ਮਜ਼ਦੂਰ ਔਰ ਕਿਸਾਨੀ ਔਰਤਾਂ ਦੇ ਵਿੱਚ ਅੱਗੇ ਆਏਗੀ ਔਰ ਉਹ ਅੱਗੇ ਵੱਧ ਕੇ ਉਹ ਹਰ ਇੱਕ ਪਾਰਲੀਮੈਂਟਰੀ ਸਿਸਟਮ ਵਿੱਚ, ਚਾਹੇ ਉਹ ਪੰਚਾਇਤ ਦੀਆਂ ਚੋਣਾਂ ਹੋਣ, ਚਾਹੇ ਬਲਾਕ ਸਮਿਤੀ ਦੀਆਂ ਹੋਣ, ਚਾਹੇ ਉਹ ਜ਼ਿਲ੍ਹਾ ਪਰਿਸ਼ਦ ਦੀਆਂ ਹੋਣ, ਵੀ ਗ੍ਰਾਸ ਰੂਟ ਲੈਵਲ 'ਤੇ ਇਹ ਉੱਭਰੇਗੀ। ਸੋ ਮੈਂ ਧੰਨਵਾਦ ਕਰਦੀ ਹਾਂ ਇਸ ਅੰਦੋਲਨ ਦਾ ਵੀ, ਔਰ ਮੈਂ ਕਹਿੰਦੀ ਮੋਦੀ ਸਰਕਾਰ ਦਾ ਵੀ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਅੱਗੇ ਆਉਣ ਦਾ। ਮੈਂ ਇੱਕ ਇਹਦਾ ਪੋਜ਼ਿਟਿਵ ਐਕਸਪੈਕਟ ਵੀ ਦੇਖ ਰਹੀ ਹਾਂ ਇਸ ਅੰਦੋਲਨ ਦਾ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸੋਤਾ ਲਾਸਟ ਕਮੈਂਟ ਅੱਜ ਦੀ ਡਿਬੇਟ ਦੇ, ਕਿਉਂਕਿ ਇੱਕ ਮੰਤਰੀ ਮਹਿਲਾ ਦਿਵਸ ਦੀ ਆਪਾਂ ਗੱਲ ਤਾਂ ਕਰ ਹੀ ਰਹੇ ਹਾਂ, ਪਰ ਕੀ ਜਿਹੜੀ ਏਡੀ ਵੱਡੀ ਲਹਿਰ ਜਿਹੜੀ ਹੈਗੀ ਹੈ ਮਹਿਲਾਵਾਂ ਦੀ ਇਸ ਅੰਦੋਲਨ ਦੇ ਨਾਲ ਜੁੜ ਗਈ ਹੈ। ਜਦੋਂ ਕਿਸਾਨ ਇਹ ਗੱਲ ਕਹਿੰਦੇ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਵਾਪਸ ਨਹੀਂ ਮੁੜਾਂਗੇ, ਤਾਂ ਉਸ ਕਿਤੇ ਔਰਤਾਂ ਦੀ ਸ਼ਕਤੀ ਵੀ ਹੈ ਜਿਹੜੀ ਕਹਿੰਦੀ ਹੈ ਕਿ ਨਹੀਂ ਅਸੀਂ ਜਿੱਤ ਕੇ ਹੀ ਘਰਾਂ ਨੂੰ ਵਾਪਸ ਆਵਾਂਗੇ। ਡਾਕਟਰ ਸੋਤਾ, ਦੇਖੋ ਜਿਸ ਤਰ੍ਹਾਂ ਡਾਕਟਰ ਰਣਵੀਰ ਕੌਰ ਵੀ ਕਹਿੰਦੇ ਨੇ, ਅਸੀਂ ਵੀ ਸੁਣਦੇ ਹਾਂ ਕਿ ਔਰਤਾਂ ਦਾ ਤੁਸੀਂ ਕਿਸੇ ਨੂੰ ਪੁੱਛੋ ਨਿਰਸੰਦੇਹ ਉਹ ਕਹਿੰਦੀਆਂ ਹੀ ਨਹੀਂ। ਉਹਨਾਂ ਦੇ ਫੇਸ ਤੇ ਇੱਕ ਬਹੁਤ ਵੱਡਾ ਉਹਨਾਂ ਦਾ ਹੁੰਦਾ ਇੱਕ ਚੈਲੰਜ ਹੁੰਦਾ ਹੈਗਾ ਕਿ ਨਥਿੰਗ ਗੋਇੰਗ ਬੈਕ। ਜਿਸ ਤਰ੍ਹਾਂ ਇਹ ਐਡੀ ਵੱਡੀ ਇਕੱਤਰਤਾ, ਇਹਦਾ ਸਾਨੂੰ ਸਵਾਗਤ ਕਰਨਾ ਬਣਦਾ। ਇਹ ਦੇਖੋ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਮਟਕਾ ਚੌਕ ਤੇ ਮੈਂ ਵੀ ਦੇਖ ਰਹੀ ਸੀਗੀ ਕਿ ਉੱਥੇ ਕੋਈ ਬੁਲਾ ਕੇ ਨਹੀਂ ਲੈ ਕੇ ਆਉਂਦਾ, ਉਹ ਕੋਈ ਪ੍ਰੇਰ ਕੇ ਲੈ ਕੇ ਨਹੀਂ ਆਉਂਦਾ, ਉਹ ਦੁਨੀਆ ਆਪਣਾ ਕੰਮ ਛੱਡ ਕੇ ਉੱਥੇ ਪਹੁੰਚਦੀ ਆ ਔਰ ਬਕਾਇਦਾ ਉੱਥੇ ਡਿਊਟੀ ਨਿਭਾਉਂਦੀ ਹੈ। ਆਪਣੇ ਪ੍ਰੋਟੈਸਟ ਦਾ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਮੁਜ਼ਾਹਰਾ ਕਰਦੇ ਨੇ। ਇਹ ਹਰ ਰੋਜ਼ ਦੀ ਪ੍ਰੈਕਟਿਸ ਹੈ। ਇੱਕ ਜਗ੍ਹਾ ਨਹੀਂ, ਮੋਹਾਲੀ ਵੀ ਅਸੀਂ ਦੇਖਦੇ ਹਾਂ ਕਿ ਉੱਥੇ ਬੈਨਰ ਲੈ ਕੇ ਖੜੇ ਹੋ ਜਾਂਦੇ ਨੇ ਕਿ ਜੇ ਤੁਸੀਂ ਕਿਸਾਨ ਦੇ ਹੱਕ 'ਚ ਤਾਂ ਤੁਸੀਂ ਹੌਂਕ ਕਰੋ, ਤੇ ਲੋਕੀ ਇੰਨਾ ਉਸ ਨੂੰ ਭਰਵਾਂ ਹੁੰਗਾਰਾ ਦਿੰਦੇ ਨੇ। ਇਹ ਇੱਕ ਬਹੁਤ ਵੱਡੀ ਪੱਧਰ ਤੇ ਜਾਗਰਤੀ ਅਸੀਂ ਕਹਿ ਸਕਦੇ ਹਾਂ
एडी वड्डी इकत्तरता एडे लंबे समय ਲਈ ਇੱਕ ਥਾਂ ਤੇ ਬੈਠਣਾ ਇੱਕ ਇਹ ਬਹੁਤ ਵੱਡੀ ਜੀ। ਸਮਾਜਿਕ ਤਬਦੀਲੀ ਹੈ, ਇੱਕ ਬਹੁਤ ਵੱਡਾ ਇਨਕਲਾਬ ਹੈ ਜਿਸ ਨੂੰ ਜਿੱਥੇ ਸਵਾਗਤ ਕਰਨਾ ਬਣਦਾ ਹੈ ਉੱਥੇ ਡਿਟਰਮੀਨੇਸ਼ਨ ਜਿਹੜਾ ਹੈਗਾ ਕਿ ਜਦ ਤੱਕ ਅਸੀਂ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਜਿਹੜਾ ਸਾਡੇ ਨਾਲ ਨਾਹਕ ਹੋ ਰਿਹਾ ਹੈ, ਅਸੀਂ ਆਪਣਾ ਹੱਕ ਨਹੀਂ ਲੈਂਦੇ, ਅਸੀਂ ਇੱਥੇ ਡਟੇ ਰਹਾਂਗੇ। ਇਹ ਇੱਕ ਬਹੁਤ Thank you. ਚੈਲੰਜ ਹੈ, ਬਹੁਤ ਵੱਡਾ ਆਈ ਓਪਨਰ ਹੈ ਗਵਰਨਮੈਂਟਸ ਵਾਸਤੇ ਕਿ ਤੁਸੀਂ ਜ਼ੁਲਮ ਨਹੀਂ ਕਰ ਸਕਦੇ, ਤੁਸੀਂ ਕਿਸੇ ਦਾ ਗਲਾ ਨਹੀਂ ਘੁੱਟ ਸਕਦੇ। ਸਰਕਾਰ ਦਾ ਮਤਲਬ ਇਹ ਨਹੀਂ ਕਿ ਜਿਸ ਮਿਹਰਬਾਨੀ ਡਾਕਟਰ ਸਾਹਿਬ। ਪਰੋਸ ਦਿੱਤਾ। ਇਸ ਕਰਕੇ ਇਹ ਇੱਕ ਬਹੁਤ ਵੱਡਾ ਸੁਨੇਹਾ ਹੈ, ਬਹੁਤ ਵੱਡਾ ਚੈਲੰਜ ਹੈ ਤੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਇੱਥੇ ਜਿਹੜੇ ਇਹਨਾਂ ਨੇ ਪ੍ਰੋਟੈਸਟਰਸ ਨੇ। ਬਹੁਤ ਧੰਨਵਾਦ। ਮਿਹਰਬਾਨੀ ਡਾਕਟਰ ਸਾਹਿਬ। ਮੰਤਰੀ ਮਹਿਲਾ ਦਿਵਸ ਨੇ ਦਿੱਤਾ ਸੁਨੇਹਾ ਕਿ ਜਦੋਂ ਕਿਸਾਨ ਇਹ ਨਾਰਾ ਲਗਾਉਂਦੇ ਆ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਘਰਾਂ ਨੂੰ ਮੁੜਾਂਗੇ, ਤਾਂ ਮਹਿਲਾਵਾਂ ਨੇ ਵੀ ਇਸ ਮੌਕੇ ਤੇ ਸੁਨੇਹਾ ਦਿੱਤਾ ਕਿ ਇਸ ਅੰਦੋਲਨ 'ਚ ਅਸੀਂ ਵੀ ਉਹਨਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀਆਂ ਹੈ ਔਰ ਜਦ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਹ ਵੀ ਆਪਣੇ ਘਰਾਂ ਨੂੰ ਨਹੀਂ ਮੁੜਨਗੀਆਂ। ਇਸ ਮੌਕੇ ਤੇ ਇੱਕ ਮੰਤਰੀ ਮਹਿਲਾ ਦਿਵਸ ਦੇ ਲਈ ਜਿਹੜੇ ਮਹਿਮਾਨ ਆਏ ਆ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਤੇ ਇੱਕ ਵਾਰ ਫਿਰ ਮੈਂ ਆਪਣੇ ਚੈਨਲ ਵੱਲੋਂ ਆਪਣੀ ਟੀਮ ਵੱਲੋਂ ਮੰਤਰੀ ਮਹਿਲਾ ਦਿਵਸ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।